पर जे इन्होंने गल कह भी दी तो एडी किहड़ी खास गल है, क्योंकि ग्लोबल है अजकल, तो जे इन्हों हक है तो तू किसी को भी कहने का हक है बाहर। और भाजपा कह रही है कि जो राहुल गांधी ने इंग्लैंड दे विच जाके किया ਉਹਦੇ ਕਰਕੇ ਉਹਨਾਂ ਨੂੰ ਮਾਫੀ ਮੰਗਣ ਦੀ ਲੋੜ ਆ। समझ गए हो ना, इत्थे ना कोई खाता वा ते ना कोई वही आ, जो मोदी कहता वो सही आ ते पंजाब दे विच ना खाता ते ना वही, ते जो केजरीवाल ने कही वो सही। इन्हां ने इंडिया दा हुलिया बिगाड़ देना। बाहरले मुल्क दे विच जाके ये टिप्पणियां उन्हां ਦੀਆਂ ਕਰਨੀਆਂ ਵਾਜਬ ਸੀ। मैं कहना ओदियां वाजिब नहीं सी, ते अब की बात ट्रंप सरकार ये सही सी। मैं कहना भी राहुल गांधी ਨੂੰ ਵੀ ਦੇ ਦਿਓ ਜੇਲ੍ਹ 'ਚ ਬੋਲਣ ਤੇ, ਪਰ ਜਿਨ੍ਹਾਂ ਨੇ ਪਹਿਲਾਂ ਬੋਲਿਆ ਫਿਰ ਉਹਨਾਂ ਨੂੰ ਵੀ ਦੇ ਦਿਓ। नमस्कार, अस्सलाम वालेकुम, सत श्री अकाल। मैं हाँ कंवर संधू। इस ਵੇਲੇ नॉर्थ अमेरिका ਦੇ ਵਿੱਚ ਹੈ ਵੀਰਵਾਰ ਦੀ ਸ਼ਾਮ, ਭਾਰਤ 'ਚ ਸ਼ੁੱਕਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555, ਚੇਤ ਦੀ ਅੱਜ 4 ਤਰੀਕ ਹੈ। ਤੁਸੀਂ ਦੇਖ ਰਹੇ ਜੇ ਹੈਲੋ ਗਲੋਬਲ ਪੰਜਾਬ। ਇਹ ਸ਼ੋਅ ਰੋਜ਼ ਵਾਂਗੂ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਤੇ ਇਸ ਵੇਲੇ ਲਾਈਵ ਟੈਲੀਕਾਸਟ ਹੈ। ਅਸੀਂ ਇਸ ਵੇਲੇ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਆ, ਔਰ ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਇਹਨੂੰ ਕ੍ਰਾਸ ਪੋਸਟ ਵੀ ਕੀਤਾ ਜਾ ਰਿਹਾ। OTT ਪਲੇਟਫਾਰਮ Jio TV ਤੇ ਡੇਲੀ ਹੰਟ ਉੱਪਰ ਵੀ ਇਸ ਸ਼ੋਅ ਨੂੰ ਤੁਸੀਂ ਦੇਖ ਸਕਦੇ ਜੇ। ਕਾਲ ਇਨ ਸ਼ੋਅ ਆ, ਤੁਸੀਂ ਕਾਲ ਕਰ ਸਕਦੇ ਜੇ। ਔਰ ਜੇ ਤੁਸੀਂ ਫੇਸਬੁੱਕ ਦੇ ਉੱਪਰ ਸ਼ੋਅ ਦੇਖ ਰਹੇ ਜੇ ਔਰ ਉੱਥੇ ਕੋਈ ਟਿੱਪਣੀ ਕਰਨੀ ਚਾਹੋ, ਕਮੈਂਟਸ ਫੇਸਬੁੱਕ ਵਾਲ ਤੇ ਪੋਸਟ ਕਰ ਦਿਓ, ਅਸੀਂ ਉਹਨਾਂ ਨੂੰ ਸ਼ੇਅਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ 'ਚ ਅਸੀਂ ਪੰਜਾਬ ਦੇ, ਮੁਲਕ ਦੇ, ਦੁਨੀਆ ਦੇ ਪੱਖ ਦੇ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਹਰ ਵਾਸਤੇ ਪੰਜਾਬੀਆਂ ਨੂੰ ਜਿਹੜੇ ਇੱਥੇ ਰਹਿੰਦੇ ਆ, ਆਪਸ ਦੇ ਵਿੱਚ ਉਹਨਾਂ ਦੇ ਵਿਚਾਰ ਚਰਚਾ ਕਰਨ ਦੀ, ਆਪਸੀ ਵਿਚਾਰ ਚਰਚਾ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਆਪਾਂ ਅੱਜ ਪੰਜਾਬ ਦੇ ਮਸਲੇ ਤੋਂ ਹਟ ਕੇ ਇੱਕ ਅਹਿਮ ਰਾਸ਼ਟਰੀ ਮਸਲੇ ਦੇ ਉੱਤੇ ਗੱਲ ਕਰਾਂਗੇ। ਜਿਵੇਂ ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਊ, ਟੀਵੀ 'ਤੇ ਦੇਖਿਆ ਹੋਊ, ਰਾਹੁਲ ਗਾਂਧੀ ਇੱਕ ਹਫ਼ਤੇ ਦੇ UK ਦੇ ਦੌਰੇ 'ਤੇ, ਇੰਗਲੈਂਡ ਦੇ ਦੌਰੇ 'ਤੇ ਗਏ ਸੀ। ਉੱਥੇ ਉਹਨਾਂ ਨੇ 3-4 ਵੱਖਰੀਆਂ ਮੀਟਿੰਗਸ ਅਟੈਂਡ ਕੀਤੀਆਂ। ਜੋ ਉਹਨਾਂ ਨੇ ਕਿਹਾ ਉੱਥੇ, ਉਹਦੇ ਉੱਪਰ ਇੱਕ ਬਹੁਤ ਵੱਡਾ ਬਵਾਲ ਖੜਾ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਦੋਵੇਂ ਪਾਰਲੀਮੈਂਟ ਦੇ ਦੋਵੇਂ ਸੰਸਦ ਦੇ ਜਿਹੜੇ ਹਾਊਸ ਨੇ, ਉਹਨਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ। ਭਾਜਪਾ ਕਹਿ ਰਹੀ ਆ ਕਿ ਜੋ ਰਾਹੁਲ ਗਾਂਧੀ ਨੇ ਇੰਗਲੈਂਡ ਦੇ ਵਿੱਚ ਆਪਣੀਆਂ ਮੀਟਿੰਗਾਂ ਦੇ ਵਿੱਚ ਕਿਹਾ, ਉਹਦੇ ਵਾਸਤੇ ਉਹ ਮਾਫੀ ਮੰਗਣ। ਉਹਨਾਂ ਨੇ ਭਾਰਤ ਦੀ ਲੋਕਤੰਤਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਕਾਂਗਰਸ ਕਹਿ ਰਹੀ ਆ ਕਿ ਇਹੋ ਜਿਹੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਕੋਈ ਮਾਫੀ ਮੰਗਣ ਦੀ ਲੋੜ ਨਹੀਂ। ਉਹਨਾਂ ਨੇ ਸਿਰਫ ਕੁਝ ਗੱਲਾਂ ਸਪਸ਼ਟ ਕੀਤੀਆਂ ਵਾ ਜੋ ਸੱਚਾਈ ਆ, ਔਰ ਕੁਝ ਲੋਕਾਂ ਦੀ ਉਹਨਾਂ ਆਲੋਚਨਾ ਕੀਤੀ ਜੋ ਉਹਨਾਂ ਦਾ ਮੌਲਿਕ ਲੋਕਤੰਤਰਿਕ ਅਧਿਕਾਰ ਹੈ। ਸੋ ਕੀ ਰਾਹੁਲ ਗਾਂਧੀ ਨੂੰ ਇਹ ਸਭ ਕੁਛ ਲੰਡਨ ਦੇ ਵਿੱਚ ਕਹਿਣਾ ਚਾਹੀਦਾ ਸੀ? ਕੀ ਉਹਨਾਂ ਨੇ ਇਹ ਬਾਹਰਲੀ ਮੁਲਕ ਦੀ ਧਰਤੀ ਤੋਂ ਬਾਹਰ ਜਾ ਕੇ ਕਹਿਣਾ ਉਹਨਾਂ ਵੱਲੋਂ ਇਹ ਗਲਤ ਆ? ਕੀ ਜਿਹੜਾ ਹੰਗਾਮਾ ਭਾਜਪਾ ਜਾਂ ਸੱਤਾਧਿਰ ਪਾਰਟੀ ਸੰਸਦ ਦੇ ਵਿੱਚ ਕਰ ਰਹੀ ਆ, ਉਹ ਸਹੀ ਆ, ਉਹ ਵਾਜਬ ਆ? ਇਹਦੇ 'ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਰਾਹੁਲ ਗਾਂਧੀ ਨੇ 3-4 ਗੱਲਾਂ ਮੁੱਖ ਤੌਰ 'ਤੇ ਉੱਥੇ ਕਹੀਆਂ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਲੋਕਤੰਤਰ ਜਿਹੜਾ ਵਾ ਉਹ ਖਤਰੇ ਦੇ ਵਿੱਚ ਆ। ਉਹਨਾਂ ਇਹ ਵੀ ਕਿਹਾ ਕਿ ਜਿਹੜਾ ਮੁੱਢਲਾ ਢਾਂਚਾ ਵਾ ਸਾਡੇ ਲੋਕਤੰਤਰ ਜਮਹੂਰੀਅਤ ਦਾ, ਉਹਦੇ 'ਤੇ ਹਮਲੇ ਹੋ ਰਹੇ ਆ। RSS ਨੂੰ ਉਹਨਾਂ ਨੇ ਇੱਕ ਫਾਸਿਸਟ ਫੰਡਾਮੈਂਟਲਿਸਟ ਸੰਸਥਾ ਦੱਸਿਆ ਜੋ ਮੁਸਲਿਮ ਬ੍ਰਦਰਹੁੱਡ ਵਾਂਗ ਚੱਲਦੀ ਆ, ਉਹਨੂੰ ਚਲਾਈ ਜਾ ਰਿਹਾ ਵਾ। ਔਰ ਇਹ ਸੰਸਥਾਵਾਂ ਜਿਹੜੀਆਂ ਵਾ, ਇਹ ਭਾਰਤ ਦੀ ਜਿਹੜੀ ਪ੍ਰੈਸ ਆ, ਨਿਆਂਪਾਲਿਕਾ ਵਾ, ਸੰਸਦ ਆ, ਚੋਣ ਕਮਿਸ਼ਨ ਆ, ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਇਹਨਾਂ ਵੱਲੋਂ, ਇਸ ਸੰਸਥਾ ਵੱਲੋਂ ਔਰ ਇਹਦੇ ਨੁਮਾਇੰਦਿਆਂ ਵੱਲੋਂ ਹੋ ਰਹੀ ਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਔਰ ਹੋਰ ਬਹੁਤ ਸਾਰੇ ਵਿਰੋਧੀ ਧਿਰਾਂ 'ਤੇ ਪ੍ਰੈਸ ਦੇ ਫੋਨਾਂ ਦੇ ਉੱਤੇ, ਟੈਲੀਫੋਨਸ ਦੀ ਨਿਗਰਾਨੀ ਕੀਤੀ ਜਾ ਰਹੀ ਆ, ਉਹਨਾਂ ਦੀ ਟੈਪਿੰਗ, ਸਰਵੇਲੈਂਸ ਹੋ ਰਹੀ ਆ। ਉਹਨਾਂ ਕਿਹਾ ਕਿ ਸੰਸਦ ਦੇ ਵਿੱਚ ਨੋਟਬੰਦੀ, ਕਿਸਾਨੀ ਮਸਲੇ ਜੋ ਸਰਹੱਦਾਂ 'ਤੇ ਹੋ ਰਿਹਾ ਵਾ, ਜਮਹੂਰੀਅਤ ਨੂੰ ਜਿਹੜਾ ਖਤਰਾ ਨਜ਼ਰ ਆ ਰਿਹਾ ਵਾ, ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਖੁੱਲ੍ਹੀ ਵਿਚਾਰ ਚਰਚਾ ਨਹੀਂ ਹੋਣ ਦੇ ਰਹੀ। ਇਹ 4-5 ਗੱਲਾਂ ਉਹਨਾਂ ਨੇ ਕਹੀਆਂ। ਔਰ ਪ੍ਰਧਾਨ ਮੰਤਰੀ ਮੋਦੀ ਤੇ 4 ਹੋਰ ਉਹਨਾਂ ਦੇ ਮੰਤਰੀਆਂ ਨੇ ਜ਼ਬਰਦਸਤ ਅਟੈਕ ਰਾਹੁਲ ਗਾਂਧੀ ਦੇ ਉੱਪਰ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਉਹਨਾਂ ਨੇ ਭਾਰਤ ਬਾਹਰਲੀਆਂ ਤਾਕਤਾਂ ਨੂੰ ਇੱਕ ਤਰੀਕੇ ਨਾਲ ਸੱਦਾ ਦੇਣ ਦੀ ਕੋਸ਼ਿਸ਼ ਕੀਤੀ ਆ ਭਾਰਤ ਦੇ ਵਿੱਚ ਦਖਲ ਦੇਣ ਵਾਸਤੇ। ਕੀ ਇਹ ਸਹੀ ਹੈ?
ਇਹਨਾਂ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਵਾਕਈ ਰਾਹੁਲ ਗਾਂਧੀ ਨੇ ਮੁਲਕ ਦੀ ਨੂੰ ਬੇਇੱਜ਼ਤ ਕੀਤਾ ਜਿਵੇਂ ਪ੍ਰਧਾਨ ਮੰਤਰੀ ਕਹਿ ਰਹੇ ਨੇ, ਜਾਂ ਉਹਨਾਂ ਨੇ ਜਿਵੇਂ ਰਾਜਨਾਥ ਸਿੰਘ ਕਹਿ ਰਹੇ ਨੇ ਕਿ ਬਾਹਰਲੀਆਂ ਤਾਕਤਾਂ ਨੂੰ ਸੱਦਾ ਦਿੱਤਾ ਇੱਥੇ ਇੰਟਰਫੇਅਰ ਕਰਨ ਵਾਸਤੇ। ਇਹਨਾਂ ਮਸਲਿਆਂ ਦੇ ਉੱਪਰ ਆਪਾਂ ਅੱਜ ਗੱਲਬਾਤ ਕਰਾਂਗੇ। ਜੋ ਮੈਂ ਪੜ੍ਹਿਆ ਵਾ ਉੱਥੋਂ ਤੋਂ ਲੱਗਦਾ ਵਾ ਕਿ ਉਹਨਾਂ ਨੇ ਇਹੋ ਜਿਹੀ ਗੱਲ ਕੋਈ ਨਹੀਂ ਕਹੀ। ਹਾਂ, ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ। ਬਹੁਤ ਸਾਰੇ ਲੋਕ ਜੋ ਤੁਸੀਂ ਮੈਂ ਵੀ ਕਹਿੰਦੇ ਆ ਉਹੀ ਗੱਲਾਂ ਉਹਨਾਂ ਨੇ ਉੱਥੇ ਜਾ ਕੇ ਕਹੀਆਂ ਕਿ ਲੋਕਤੰਤਰ ਨੂੰ ਇੱਥੇ ਖਤਰਾ ਵਾ। 3 ਈਵੈਂਟ ਮੈਨੂੰ ਪਤਾ ਵਾ ਜਿਹੜੇ ਉਹਨਾਂ ਨੇ ਅਟੈਂਡ ਕੀਤੇ। ਸਭ ਤੋਂ ਪਹਿਲਾਂ ਕੈਂਬਰਿਜ ਯੂਨੀਵਰਸਿਟੀ 'ਚ ਈਵੈਂਟ ਸੀ, ਫਿਰ ਉਹਨਾਂ ਨੇ ਭਾਰਤੀ ਜਰਨਲਿਸਟ ਐਸੋਸੀਏਸ਼ਨ ਦਾ ਇੱਕ ਈਵੈਂਟ ਸੀ ਉੱਥੇ, ਫਿਰ ਚੈਥਮ ਹਾਊਸ ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਐਡਰੈਸ ਕੀਤੀ। ਇਹ ਇੰਨਾ ਬਵਾਲ ਕਿਉਂ ਹੋ ਰਿਹਾ ਵਾ? ਆਫਟਰ ਆਲ ਸਟੇਟਮੈਂਟਸ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਉਹ ਸਟੇਟਮੈਂਟਸ ਦਿੰਦੇ ਹੀ ਨੇ ਸਰਕਾਰ ਦੇ ਖਿਲਾਫ, ਸਰਕਾਰ ਵਿਰੋਧੀ ਧਿਰਾਂ ਦੇ ਖਿਲਾਫ ਬੋਲਦੀ ਹੈ। ਲੇਕਿਨ ਇਸ ਕੇਸ ਦੇ ਵਿੱਚ ਇੰਨਾ ਵੱਡਾ ਬਵਾਲ ਹੰਗਾਮਾ ਕਿਉਂ ਖੜਾ ਹੋ ਗਿਆ? ਇਹਦੇ ਕੀ ਕਾਰਨ ਨੇ? ਕੀ ਜਿਹੜੀਆਂ 2024 ਦੀਆਂ ਚੋਣਾਂ ਆ ਰਹੀਆਂ ਵਾ ਉਹਦੇ ਕਰਕੇ ਹੰਗਾਮਾ ਹੋਇਆ? ਕਿ ਇੱਕ ਭਾਰਤ ਦੀ ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਇੱਕ ਨਵੇਂ ਸੁਪਰ ਪਾਵਰ ਦੀ ਇਮੇਜ ਪੇਸ਼ ਕਰਨ ਦੀ ਕੋਸ਼ਿਸ਼ ਆ, ਉਹਨੂੰ ਢਾਹ ਲੱਗ ਰਿਹਾ ਦਿਸਦਾ ਵਾ ਭਾਜਪਾ ਨੂੰ, ਇਸ ਕਰਕੇ ਉਹ ਇਹਦੀ ਆਲੋਚਨਾ ਕਰ ਰਹੇ ਨੇ? ਜਾਂ ਕੋਈ ਹੋਰ ਕਾਰਨ ਨੇ? ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਜਿਹੜੇ ਚ ਉਹਨਾਂ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਸੀ, ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਅਟੈਕ ਕਰ ਰਹੀ ਹੈ? ਵੈਸੇ ਇੱਕ ਗੱਲ ਜ਼ਰੂਰ ਆ ਕਿ ਰਾਹੁਲ ਗਾਂਧੀ ਇਸ ਟੂਰ ਦੇ ਵਿੱਚ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਏ। ਪਹਿਲਾਂ ਤੁਸੀਂ ਵੇਖਿਆ ਸੀ ਇੱਥੇ ਦਾੜੀ ਵਧਾਈ ਹੋਈ ਸੀ ਉਹਨਾਂ ਨੇ ਜਦੋਂ ਭਾਰਤ ਜੋੜੋ ਯਾਤਰਾ ਕਰ ਰਹੇ ਸਨ। ਹੁਣ ਉਹਨਾਂ ਨੇ ਟ੍ਰਿਮ ਵਗੈਰਾ ਕਰਕੇ ਇੱਕ ਨਵੇਂ ਰੂਪ ਦੇ ਵਿੱਚ ਉਹ ਲੰਡਨ ਦੇ ਵਿੱਚ ਦਿਖੇ। ਅੱਜ ਇਹ ਬੜਾ ਅਹਿਮ ਮਸਲਾ ਵਾ ਜਿਹਦੇ 'ਤੇ ਆਪਾਂ ਗੱਲਬਾਤ ਕਰ ਰਹੇ ਹਾਂ। ਮੁੱਖ ਮੁੱਦਾ ਮੈਂ ਫਿਰ ਦੱਸ ਦੇਵਾਂ ਕਿ ਕੀ ਜਿਹੜਾ ਸੰਸਦ ਦੇ ਵਿੱਚ ਹੰਗਾਮਾ ਖੜਾ ਹੋਇਆ ਵਾਜਬ ਆ? ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਵਾਜਬ ਸੀ ਜਾਂ ਉਹਨਾਂ ਦੀ ਆਲੋਚਨਾ ਵਾਜਬ ਆ? ਇਹਨਾਂ 3-4 ਮਸਲਿਆਂ ਦੇ ਉੱਤੇ ਡਿਸਕਸ ਕਰਾਂਗੇ। ਵਿਲ ਟੇਕ ਦੀ ਫਸਟ ਕਾਲ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਅੱਜ ਵਾਲੇ ਇਸ਼ੂ ਦੇ ਉੱਪਰ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਮੈਂ ਕਾਂਗਰਸ ਦਾ ਕੋਈ ਹਮਾਇਤੀ ਨਹੀਂ, ਜਾਣੀ ਉਹ ਮੈਂ ਉਹਦੀਆਂ ਜਿਹੜੀਆਂ ਪਾਲਿਸੀਆਂ ਉਹਦੇ ਨਾਲ ਸਹਿਮਤ ਨਹੀਂ, ਪਰ ਇਹ ਉਹਨਾਂ ਦੀਆਂ ਬੱਜਰ ਗਲਤੀਆਂ ਪਹਿਲਾਂ ਹੋਈਆਂ ਉਹਦੀ ਸਜ਼ਾ ਵੀ ਭੁਗਤ ਗਏ ਆ ਤੇ ਕੋਈ ਸ਼ੱਕ ਨਹੀਂ। ਦੋ ਉਹਨਾਂ ਨੂੰ ਆਪਦੇ ਪਰਿਵਾਰਕ ਮੈਂਬਰ ਵੀ ਜਾਨੋਂ ਗਾਉਣੇ ਪਏ ਤੇ ਇਹ ਦੂਜਾ ਵੀ ਇਹ, ਪਰ ਇਹ ਸਜੇ ਵੀ ਸਮਝੇ ਨਹੀਂ ਇਹਨਾਂ ਨੇ, ਜਾਣੀ ਭ੍ਰਿਸ਼ਟਾਚਾਰ ਲੀਡਰਾਂ ਨੂੰ ਤੇ ਜਿਹੜੇ 84 ਵਾਲੇ ਸੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ। ਚਲੋ ਇਹਦਾ ਵੱਖਰਾ ਵਿਸ਼ਾ, ਪਰ ਲਊਂਗਾ ਮੈਂ ਗੱਲ ਇਹ ਬਈ ਜਿਹੜਾ ਇਹ ਜਦੋਂ ਇਹ ਰੌਲਾ ਪਾਉਂਦੇ ਆ ਸੰਧੂ ਸਾਹਿਬ, ਇਹਦੀ ਕੋਈ ਸ਼ੱਕ ਨਹੀਂ ਜਿਹੜਾ ਇੰਡੀਆ ਦੀ ਗੌਰਮੈਂਟ ਜਿਹੜੇ ਪ੍ਰਸ਼ਾਸਕ ਆ ਉਹ ਫਾਸੀਵਾਦ ਕਰਨੀ ਵੱਧ ਰਹੇ ਆ। ਇਹ ਦਿਸਦਾ ਇਹਨਾਂ ਦੇ ਪਿਛਲੇ ਸਮੇਂ ਤੋਂ, ਇਹਨਾਂ ਦੇ ਜਿਹੜੇ ਮੰਤਰੀ ਵੀ ਆ ਇਹਨਾਂ ਦੇ ਬਿਆਨ ਦੇਖ ਲਓ ਕਿੰਨੇ ਭ੍ਰਿਸ਼ਟਾਚਾਰ ਆਪਣੇ ਹੈਗੇ ਫਿਰਕਾ ਪ੍ਰਸਤੀ ਵਾਲੇ ਅਜਾਇਰ ਉਗਲਦੇ ਆ, ਜਿਹਦੇ ਚ ਆਪਾਂ ਨੂੰ ਕਈ ਬਿਆਨ, ਹੁਣ ਆਪਾਂ ਨੂੰ ਜਾਣ ਦੀ ਮੈਨੂੰ ਕਹਿਣ ਦੀ ਲੋੜ ਨਹੀਂ, ਬਹੁਤ ਇਹਨਾਂ ਨੇ ਬਿਆਨ ਦਿੱਤੇ। ਪਰ ਜੇ ਇਹ ਦਾਅਵਾ ਕਰਦੇ ਆ ਜਾ ਕੇ ਬਾਹਰ ਵੀ ਵੱਡਾ ਇੱਕ ਸੀ, ਵੱਡਾ ਲੋਕਤੰਤਰ ਆ ਸਾਡਾ, ਅਸੀਂ ਤੇ ਫਿਰ ਜੇ ਉਹਦੇ ਚ ਕਤਾਈਆਂ ਹੁੰਦੀਆਂ ਤੇ ਵਿਦੇਸ਼ ਤੇ ਇੱਥੋਂ ਵਾਲੇ ਲੋਕ ਵੀ ਤਾਂ ਜਿਹੜੇ ਹੈਗੇ ਆ ਪੋਲੀਟੀਸ਼ੀਅਨ ਆ ਜਿਹੜੇ ਇੱਥੋਂ ਜਾਂਦੇ ਆ ਜਾਂ ਰੂਲਰ, ਉਹ ਵੀ ਤਾਂ ਨਿੰਦੇ ਹੀ ਆ ਵੀ ਤੁਹਾਡੇ ਆਹ ਵੀ ਧਾਰਮਿਕ ਜਿਹੜੀਆਂ ਹੈਗੀਆਂ ਮਾਈਨੋਰਟੀਜ਼ ਉਹਨਾਂ ਨੂੰ ਉਹ ਸਿਕਿਉਰ ਨਹੀਂ ਫੀਲ ਕਰਦੇ, ਤੁਸੀਂ ਇੱਧਰ ਧਿਆਨ ਦਿਓ। ਪਰ ਜੇ ਇਹਨਾਂ ਨੇ ਗੱਲ ਕਹਿ ਵੀ ਦਿੱਤੀ ਤੇ ਐਡੀ ਕਿਹੜੀ ਖਾਸ ਗੱਲ ਆ, ਕਿਉਂਕਿ ਗਲੋਬਲ ਆ ਅੱਜ ਕੱਲ੍ਹ, ਤੇ ਜੇ ਇਹਨਾਂ ਨੂੰ ਹੱਕ ਹੈ ਤੇ ਤੂੰ ਕਿਸੇ ਨੂੰ ਵੀ ਕਹਿਣ ਦਾ ਹੱਕ ਆ। ਬਾਹਰ ਸਧਾਰਨ ਗੱਲ ਇਹ ਗੱਲ ਮਿਲਦਾ ਜੁਲਦਾ ਜਿਹੜਾ ਆਪਾਂ ਪਿੱਛੇ ਜੇ ਡਿਸਕਸ ਕੀਤਾ ਸੀ ਸੰਧੂ ਸਾਹਿਬ, ਗੋਧਰਾ ਵਾਲਾ ਜਿਹੜੀ ਉਹ ਡਾਕੂਮੈਂਟਰੀ ਵਾਲੀ ਗੱਲ ਹੈ, ਸਿਰਫ ਤੇ ਸਿਰਫ ਮੇਰਾ ਮੰਨਣਾ ਇਹ ਹੈ ਵੀ ਇਹ ਲੋਕ ਕੁਰਸੀ ਦੇ ਬਹੁਤ ਭੁੱਖੇ ਹੁੰਦੇ, ਇਹਨਾਂ ਨੂੰ ਡਰ ਬਹੁਤ ਲੱਗਦਾ ਹੈ। ਇਹਨੂੰ ਆਏ ਆ ਵੀ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਬਣਾ ਲਈਏ ਤਾਂ ਕਿ ਇਹਨਾਂ ਨੂੰ ਅਸੀਂ ਉਹ ਜਿਵੇਂ ਪਾਕਿਸਤਾਨ ਨੂੰ ਸਬਕ ਸਿਖਾ ਲਈਏ, ਇਹੋ ਜਿਹਾ ਬਹਾਨਾ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ ਵੀ ਇਹ ਤਾਂ ਉਧਰ ਤੁਰੇ ਵੀ 24 ਵਾਲੇ ਚ ਵੀ ਵੋਟਾਂ ਦਾ ਸਾਡੀ ਪਰਸੈਂਟੇਜ ਨਾ ਘਟ ਜੇ ਕਿਸੇ ਪਾਸਿਓਂ। ਮੇਰੇ ਖਿਆਲ ਜ਼ਿਆਦਾਤਰ ਧਿਆਨ ਇਹਨਾਂ ਦਾ ਪੋਲਿਟਿਕਸ ਚ ਆ ਵੋਟਾਂ ਕਰਨੀ ਹੈ, ਹੋਰ ਕੋਈ ਨਹੀਂ ਹੈਗਾ ਵੀ ਇਹਨਾਂ ਨੂੰ ਦਬਾ ਕੇ ਰੱਖਣਾ। ਮਿਹਰਬਾਨੀ। ਵੋਟਾਂ ਕਰਕੇ ਇਹ ਸਭ ਕੁਝ ਹੋ ਰਿਹਾ ਵਾ ਕਿ ਵੋਟਾਂ ਦੇ ਵਿੱਚ ਕਿਤੇ ਸਾਡਾ ਨੁਕਸਾਨ ਨਾ ਹੋ ਜੇ, ਔਰ ਇਹਨਾਂ ਨੂੰ ਜਿਹੜਾ ਆਫੈਂਸਿਵ ਹੈ ਜਿਹੜਾ ਉਹਨੂੰ ਜਾਰੀ ਰੱਖੀਏ। ਇਹ ਸਰਕਾਰ ਦੀ ਕੋਸ਼ਿਸ਼ ਹੈ। ਇਹ ਸ਼ੇਰ ਸਿੰਘ ਗਿੱਲ ਦਾ ਵਿਚਾਰ ਆ। ਦਲਜੀਤ ਸੰਧੂ, ਦਵਿੰਦਰ ਲੋਪੋਂ ਵੀ ਸਾਡੇ ਨਾਲ ਜੁੜੇ ਨੇ। ਇੰਦਰਜੀਤ ਸਿੰਘ ਉਮਰਪੁਰੀ ਦੀ ਡਿਟੇਲ ਟਿੱਪਣੀ ਆਈ ਆ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਹੰਗਾਮੇ ਦੀ ਥਾਂ ਗੰਭੀਰ ਚਿੰਤਨ ਕਰਨ ਦੀ ਲੋੜ ਸੀ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਵਾ। ਲੋਕਤੰਤਰ ਨੂੰ ਦਰਕਿਨਾਰ ਕਰ ਇੱਕ ਖਾਸ ਵਿਚਾਰਧਾਰਾ ਦੀ ਡਿਕਟੇਟਰਸ਼ਿਪ ਨੂੰ ਕਾਇਮ ਕਰਨ ਲਈ ਕੰਮ ਕੀਤਾ ਜਾ ਰਿਹਾ। ਲੋਕ ਆਵਾਜ਼ ਦਾ ਹਰ ਹੀਲੇ ਗਲਾ ਘੁੱਟਿਆ ਜਾ ਰਿਹਾ ਵਾ। ਦੇਸ਼ ਨੂੰ ਪਿਆਰ ਕਰਨ ਵਾਲੇ ਹਰ ਨਾਗਰਿਕ ਦਾ ਫਰਜ਼ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋ ਕੇ ਇੱਕ ਲੋਕ ਲਹਿਰ ਚਲਾਈ ਜਾਵੇ। ਇੰਦਰਜੀਤ ਸਿੰਘ ਉਮਰਪੁਰੀ ਦਾ ਬੜਾ ਸਟਰੋਂਗ ਕਮੈਂਟ ਹੈ। ਦਲਜੀਤ ਸੰਧੂ ਕਹਿ ਰਹੇ ਨੇ ਚੋਰ ਮਚਾਏ ਸ਼ੋਰ ਵਾਲੀ ਗੱਲ ਕਰ ਰਹੀ ਹੈ ਭਾਜਪਾ। ਮੈਂ ਫਿਰ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਅੱਜ ਇੱਕ ਰਾਸ਼ਟਰੀ ਮਸਲੇ 'ਤੇ ਗੱਲ ਕਰ ਰਹੇ ਹਾਂ।
ਰਾਹੁਲ ਗਾਂਧੀ ਦੇ ਬਾਰੇ ਗੱਲ ਕਰ ਰਹੇ ਹਾਂ। ਰਾਹੁਲ ਗਾਂਧੀ ਇੱਕ ਹਫ਼ਤੇ ਦੇ ਕਰੀਬ ਇੰਗਲੈਂਡ ਦੇ ਟੂਰ ਤੇ ਗਏ ਸੀ। ਉੱਥੇ ਉਹਨਾਂ ਨੇ 3-4 ਮੀਟਿੰਗਸ ਐਡਰੈਸ ਕੀਤੀਆਂ। ਉਹਨਾਂ ਮੀਟਿੰਗਸ ਦੇ ਵਿੱਚ ਜੋ ਕਿਹਾ ਉਹਦੇ ਉੱਪਰ ਸੰਸਦ ਦੇ ਵਿੱਚ ਹੰਗਾਮਾ ਹੋ ਰਿਹਾ ਵਾ। ਸੰਸਦ ਦੀ ਕਾਰਵਾਈ ਕਈ ਦਿਨਾਂ ਤੋਂ ਠੱਪ ਪਈ ਆ। ਭਾਜਪਾ ਕਹਿ ਰਹੀ ਆ ਕਿ ਜੋ ਰਾਹੁਲ ਗਾਂਧੀ ਨੇ ਇੰਗਲੈਂਡ ਦੇ ਵਿੱਚ ਜਾ ਕੇ ਕਿਹਾ ਉਹਦੇ ਕਰਕੇ ਉਹਨਾਂ ਨੂੰ ਮਾਫੀ ਮੰਗਣ ਦੀ ਲੋੜ ਆ। ਲੇਕਿਨ ਕਾਂਗਰਸ ਕਹਿ ਰਹੀ ਆ ਕਿ ਉਹਨਾਂ ਕੋਈ ਗਲਤ ਨਹੀਂ ਕਿਹਾ। ਔਰ ਗੌਤਮ ਅਡਾਨੀ ਨਾਲ ਜਿਹੜੀ ਪ੍ਰਧਾਨ ਮੰਤਰੀ ਮੋਦੀ ਦੀ ਨਜ਼ਦੀਕੀ ਆ, ਭਾਜਪਾ ਦੀ ਨਜ਼ਦੀਕੀ ਆ, ਉਹਦੇ ਤੋਂ ਧਿਆਨ ਹਟਾਉਣ ਲਈ, ਤਾਂ ਕਿ ਉਹਨਾਂ ਮਸਲਿਆਂ 'ਤੇ ਬਹਿਸ ਨਾ ਹੋਵੇ, ਉਹਦੇ ਤੋਂ ਧਿਆਨ ਹਟਾਉਣ ਵਾਸਤੇ ਭਾਜਪਾ ਜਿਹੜੀ ਆ ਇਹ ਰੌਲਾ ਇੰਨਾ ਪਾ ਰਹੀ ਆ। 4-5 ਗੱਲਾਂ ਰਾਹੁਲ ਗਾਂਧੀ ਨੇ ਕਹੀਆਂ ਇੰਗਲੈਂਡ ਦੇ ਵਿੱਚ ਜਾ ਕੇ, ਜਿਹਦੇ ਕਰਕੇ ਇਹ ਹੰਗਾਮਾ ਹੋ ਰਿਹਾ। ਉਹ ਵੀ ਦੱਸੂਗਾ ਮੈਂ 4-5 ਗੱਲਾਂ ਕੀ ਹਨ, ਪਰ ਉਸ ਤੋਂ ਪਹਿਲਾਂ ਇੱਕ ਕਾਲਰ ਜੁੜ ਗਏ ਨੇ, ਉਹਨਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਹੈਲੋ। ਹਾਂਜੀ ਹਾਂਜੀ ਸੋਢੀ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੱਲ ਇਹ ਆ ਜੀ, ਫਿਰ ਮਤਲਬ ਉਹੀ ਚਿੰਤਾ ਦਾ ਹੀ ਵਿਸ਼ਾ ਵਾ, ਪੰਜਾਬ ਦਾ ਵੀ ਤੇ ਦੇਸ਼ ਦਾ ਵੀ ਜੀ। ਜੋ ਕੁਝ ਵੀ ਹੋ ਰਿਹਾ ਇਸ ਵੇਲੇ ਦੇਸ਼ ਦੇ ਵਿੱਚ, ਅੱਜ ਵੀ ਘਵਾ ਲਓ, ਕੱਲ ਵੀ ਘਵਾ ਲਿਓ, ਹਫ਼ਤੇ ਨੂੰ, ਮਹੀਨੇ ਨੂੰ, ਸਾਲ ਨੂੰ, ਜਿੰਨਾ ਚਿਰ ਪ੍ਰੋਗਰਾਮ ਕਰਨਾ ਘਵਾ ਲਿਓ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਦੇਸ਼ ਦੀ ਸਿਹਤ ਖਰਾਬ ਹੋ ਰਹੀ ਆ। ਠੀਕ ਹੈ ਜੀ। ਇਹ ਦੇਸ਼ ਦੇ ਫਾਇਦੇ 'ਚ ਬਿਲਕੁਲ ਨਹੀਂ ਜੇ ਜਾ ਰਿਹਾ। ਦੇਸ਼ ਦਾ ਤੇ ਸੂਬੇ ਦਾ ਪੱਠਾ ਪਾਇਆ ਜਾ ਰਿਹਾ। ਇੱਕ ਗੱਲ ਹੁੰਦੀ ਸੀ ਬਈ ਕਿਸੇ ਨੇ ਨਾ, ਪਿੰਡ ਦਾ ਕੋਈ ਜ਼ੋਰਾਵਰ ਬੰਦਾ ਸੀ ਤੇ ਉਹ ਜੋ ਕਹਿ ਦਿੰਦਾ ਸੀ ਨਾ, ਪਿੰਡ ਦੇ ਮੰਨ ਜਾਂਦੇ ਸੀ ਜੀ। ਤੇ ਕੋਈ ਨਵਾਂ ਮੂਵ ਹੋ ਕੇ ਬੰਦਾ ਆਇਆ, ਉਹਨੇ ਕਿਹਾ ਵੀ ਇਹ ਗੱਲ ਕੀ ਹੈ ਯਾਰ। ਉਹ ਬੰਦੇ ਨੇ ਆ ਗੱਲ ਕਹੀ, ਸਾਰਾ ਪਿੰਡ ਉਧਰ ਨੂੰ ਮਗਰ ਭੇਡਾਂ ਨੂੰ ਤੁਰ ਪਿਆ। ਤੇ ਗੱਲ ਤੇ ਏਦਾਂ ਸੀ, ਉਹ ਕਹਿੰਦੇ ਵੀ ਜੇ ਤੂੰ ਇਸ ਪਿੰਡ 'ਚ ਰਹਿਣਾ ਤੇ ਤੈਨੂੰ ਏਦਾਂ ਹੀ ਕਰਨਾ ਪੈਣਾ। ਉਹ ਕਹਿੰਦਾ ਵੀ ਵਜ੍ਹਾ ਕੋਈ ਕਾਇਦਾ ਕਾਨੂੰਨ ਦੱਸੋ। ਉਹ ਕਹਿੰਦਾ ਵੀ ਨਾ ਕਾਇਦਾ ਤੇ ਨਾ ਵਹੀ, ਤੇ ਜੋ ਫਲਾਣੇ ਚੌਧਰੀ ਨੇ ਕਹੀ ਉਹ ਸਹੀ। ਸਮਝ ਗਏ ਹੋ ਨਾ? ਇੱਥੇ ਨਾ ਕੋਈ ਖਾਤਾ ਵਾ ਤੇ ਨਾ ਕੋਈ ਵਹੀ ਆ। ਜੋ ਮੋਦੀ ਕਹਿੰਦਾ ਉਹ ਸਹੀ ਆ, ਤੇ ਪੰਜਾਬ ਦੇ ਵਿੱਚ ਨਾ ਖਾਤਾ ਤੇ ਨਾ ਵਹੀ, ਤੇ ਜੋ ਕੇਜਰੀਵਾਲ ਨੇ ਕਹੀ ਉਹ ਸਹੀ ਜੀ। ਠੀਕ ਆ। ਇਹ ਦੇਸ਼ ਨੂੰ ਦੋ ਦੇਸ਼ ਭਗਤ ਕੇਜਰੀਵਾਲ ਤੇ ਮੋਦੀ ਜਿਹੜੇ ਜੁੜੇ ਆ, ਇਹ ਏਡੇ ਵਧੀਆ ਬੰਦੇ ਆ ਦੇਸ਼ ਵਾਸਤੇ ਵੀ ਇੱਕ ਸੇਠ ਨੇ ਬੰਦਾ ਰੱਖਿਆ ਸੀ ਕੰਮ ਤੇ ਗਰਮੀਆਂ ਦੇ ਵਿੱਚ ਨਾ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਪੱਖੀ ਝਲਦਾ ਹੁੰਦਾ ਸੀ। ਉਹਨੂੰ ਜਦੋਂ ਦੁਪਹਿਰਾਂ ਵੇਲੇ ਨਾ ਨੈਪ ਲੈਣੀ ਉਹਨੇ, ਨੂਨ ਨੈਪ, ਤੇ ਉਹਨੇ ਸੌ ਜਾਣਾ ਤੇ ਉਹ ਮਤਲਬ ਉਹਨੇ ਪੱਖੀ ਝਲਦੇ ਰਹਿਣਾ। ਤੇ ਉਹ ਲਾਲੇ ਦੇ ਨਾ ਜਿਹੜਾ ਸੇਠ ਸੀ, ਉਹਦੇ ਮੱਖੀ ਬਹਿ ਗਈ ਨੱਕ ਦੇ ਉੱਤੇ ਆ ਕੇ, ਉਹਨੇ ਪੱਖੀ ਨਾ ਉਡਾਈ, ਨਹੀਂ ਉੱਡੀ। ਫੇਰ 2-3-4 ਉਹਨਾਂ ਨੇ ਮੱਖੀ ਉਡਾਈ, ਉਹ ਨਾ ਉੱਡੀ। ਤੇ ਉਹ ਲਾਗੇ ਪਈ ਸੀ ਮੁਖਤਾਰ, ਮੋਟਾ ਜਿਹਾ ਡੰਡਾ, ਉਹਨੇ ਲਿਆ ਕੇ ਤੇ ਜੋੜ ਕੇ ਮਾਰਿਆ ਉਹਦੇ ਨੱਕ ਦੇ ਉੱਤੇ, ਤੇ ਉਹ ਮੱਖੀ ਉੱਡ ਗਈ। ਆਪਣੇ ਵਾਲਾ ਤਾਂ ਉਹਨੇ ਭਲਾਈ ਕੀਤਾ ਵੀ ਮੈਂ ਮੱਖੀ ਮਾਰ ਦਿਆਂ, ਤੇ ਮੱਖੀ ਉੱਡ ਗਈ ਤੇ ਲਾਲਾ ਜੀ ਦਾ ਲਹੂ ਪਾਣੀ ਇੱਕ ਹੋ ਗਿਆ। ਇਹ ਸਾਡੇ ਦੇਸ਼ ਨਾਲ ਇਹ ਹੋਣੀ ਆ। ਇਹ ਉਹ ਦੋ ਪੱਖੀਆਂ ਲੈ ਕੇ ਬੈਠੇ ਆ ਵੀ ਇਹਨਾਂ ਨੇ ਇੰਡੀਆ ਦਾ ਹੁਲੀਆ ਵਿਗਾੜ ਦੇਣਾ। ਧੰਨਵਾਦ ਤੁਹਾਡਾ। ਮੇਰੇ ਗੱਲ ਸੁਣੋ ਸੋਢੀ ਸਾਹਿਬ, ਤੁਹਾਨੂੰ ਕੀ ਲੱਗਦਾ ਵਾ ਵੀ ਰਾਹੁਲ ਗਾਂਧੀ ਨੂੰ, ਚਲੋ ਟਿੱਪਣੀ ਕਰਦੇ ਆ, ਸੰਸਦ ਟਿੱਪਣੀ ਕਰੋ, ਸੰਸਦ ਤੋਂ ਬਾਹਰ ਕਰੋ, ਬਾਹਰਲੇ ਮੁਲਕ ਦੇ ਵਿੱਚ ਜਾ ਕੇ ਇਹ ਟਿੱਪਣੀਆਂ ਉਹਨਾਂ ਦੀਆਂ ਕਰਨੀਆਂ ਵਾਜਬ ਸੀ? ਮੈਂ ਕਹਿੰਦਾ ਉਹਦੀਆਂ ਵਾਜਬ ਨਹੀਂ ਸੀ। ਤੇ ਅਬ ਕੀ ਬਾਤ ਟਰੰਪ ਸਰਕਾਰ ਇਹ ਸਹੀ ਸੀ? ਓਕੇ, ਠੀਕ ਹੈ ਨਾ। ਮਤਲਬ ਕਿਸੇ ਨੇ ਕਿਹਾ ਵੀ ਤੁਹਾਡਾ ਕੁੱਤਾ ਤੇ ਸਾਡਾ ਕੁੱਤਾ ਟੋਮੀ। ਜਦੋਂ ਤੁਸੀਂ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਬੋਲਦੇ ਹੋ ਉਹ ਵਾਜਬ ਹੈ, ਤੇ ਕੋਈ ਬੋਲ ਦਵੇ ਤੇ ਕੀ ਗੱਲ? ਇਹਦਾ ਮਤਲਬ, ਤੁਹਾਡਾ ਮਤਲਬ ਵੀ ਮਾਪਦੰਡ ਇੱਕ ਹੋਣਾ ਚਾਹੀਦਾ ਵਾ, ਮਾਪਦੰਡ ਵੱਖਰੇ ਨਹੀਂ। ਹਾਂ, ਮੈਂ ਕਹਿੰਦਾ ਵੀ ਰਾਹੁਲ ਗਾਂਧੀ ਨੂੰ ਵੀ ਦੇ ਦਿਓ ਜੇਲ੍ਹ 'ਚ ਬੋਲਣ ਤੇ, ਪਰ ਜਿਨ੍ਹਾਂ ਨੇ ਪਹਿਲਾਂ ਬੋਲਿਆ ਫਿਰ ਉਹਨਾਂ ਨੂੰ ਵੀ ਦੇ ਦਿਓ। ਸੋਢੀ ਸਾਹਿਬ ਇਹ ਦੱਸੋ, ਜਿਹੜੀਆਂ 4-5 ਗੱਲਾਂ ਉਹਨਾਂ ਕਹੀਆਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਕਿਹਾ ਲੋਕਤੰਤਰ ਖਤਰੇ 'ਚ ਆ। ਤੁਹਾਨੂੰ ਲੱਗਦਾ ਲੋਕਤੰਤਰ ਖਤਰੇ 'ਚ ਆ? ਮੈਂ ਕਹਿੰਦਾ ਵੀ ਤੁਸੀਂ ਸਿਰਫ ਇੱਕ ਮਤਲਬ ਵੋਟਾਂ ਨਾ ਪਵਾਇਓ, ਵੋਟਾਂ ਨਾ ਪਵਾਇਓ, ਮਤਲਬ ਵੀ ਕੰਪੇਨ ਕਰਾ ਕੇ ਵੋਟਾਂ ਬੰਦੇ ਨਾ ਖਿਲਾ ਰਿਓ। ਉਦਾਂ ਹੀ ਇੱਕ ਚਲਾ ਦਿਓ ਕੰਪੇਨ, ਵੀ ਆਨਲਾਈਨ ਪਾ ਦਿਓ ਕੰਪੇਨ। ਹਰ ਬੰਦੇ ਦੇ ਕੋਲ ਕੋਈ ਬੰਦਾ ਜਾਵੇ ਤੇ ਉਹਨਾਂ ਕੋਲ ਕਮੈਂਟ ਕਰਾ ਲਾ, 90% ਬੰਦੇ ਮੰਨਣਗੇ ਵੀ ਨਹੀਂ ਹੈਗੀ। ਪਰ ਫਿਰ ਜੇ ਹਾਂ ਵਿਊ ਆ ਲੋਕਾਂ ਦਾ, ਤੇ ਫਿਰ ਭਾਜਪਾ ਇਹਨਾਂ ਹੰਗਾਮਾ ਕਿਉਂ ਖੜਾ ਕਰ ਰਹੀ ਹੈ ਸੰਸਦ ਦੇ ਵਿੱਚ?
ਸਰ ਜੀ ਭਾਜਪਾ ਜਿਹੜੀ ਆ ਉਹਨੂੰ ਪਤਾ ਵੀ ਸਾਡੇ ਇਸ ਵੇਲੇ ਸਭ ਕੁਝ ਹੱਥ ਦੇ ਵਿੱਚ ਆ। ਲੋੜ ਪੈਣ ਤੇ ਅਸੀਂ ਈਵੀਐਮ ਵਰਤ ਸਕਦੇ ਹਾਂ, ਵੋਟ ਪੈਣ ਤੇ ਅਸੀਂ ਈਡੀ ਵਰਤ ਸਕਦੇ ਹਾਂ, ਵੋਟ ਪੈਣ ਤੇ ਅਸੀਂ FBI CBI ਜੋ ਵੀ ਨੈਸ਼ਨਲ ਜਿਹੜਾ ਹੈਗਾ ਉਹ ਸਾਡਾ ਇਨਵੈਸਟੀਗੇਸ਼ਨ ਸੈਂਟਰ NIA ਅਸੀਂ ਵਰਤ ਸਕਦੇ ਹਾਂ। ਤੇ ਉਹ ਧੱਕੇ ਦਾ ਰਾਜ ਆ, ਉੱਥੇ ਕੋਈ ਇਹ ਜ਼ਬਰਦਸਤੀ ਥੋੜੋ ਆ। ਮਿਹਰਬਾਨੀ, ਥੈਂਕ ਯੂ ਸੋਢੀ ਸਾਹਿਬ। ਹੈ ਨਾ ਇਹ ਹਾਂ ਗੱਲ ਕਰ ਲਓ ਪੂਰੀ। ਕਿਆ ਤੇ ਇਹ ਸਿਰਫ ਧੱਕਾ ਹੋ ਰਿਹਾ ਇਸ ਵੇਲੇ ਦੇਸ਼ ਨਾਲ। ਮਿਹਰਬਾਨੀ ਸੋਢੀ ਸਾਹਿਬ ਦਾ ਵਿਚਾਰ ਹੈ ਸਿਰਫ ਧੱਕਾ ਹੋ ਰਿਹਾ। ਔਰ ਜੇ ਇੱਕ ਲੀਡਰ ਬਾਹਰ ਜਾ ਕੇ ਕੁਝ ਕਹਿ ਸਕਦਾ ਤੇ ਦੂਜਾ ਕਿਉਂ ਨਹੀਂ ਉਹ ਕਹਿ ਸਕਦਾ? ਇੱਕ ਮਾਪਦੰਡ ਹੋਣਾ ਚਾਹੀਦਾ। ਕਾਕਾ ਬੈਂਸ ਕਹਿ ਰਹੇ ਨੇ ਲੋਕ ਲਹਿਰ ਜਿਹੜੀ ਗੱਲ ਕਰ ਰਹੇ ਨੇ ਲੋਕ ਕਿ ਲੋਕ ਲਹਿਰ ਚਲਾਉਣ ਦੀ ਲੋੜ ਆ। ਲੋਕ ਲਹਿਰ ਲਈ ਲੀਡਰ ਕਿੱਥੋਂ ਆਵੇਗਾ? ਲੀਡਰ ਬਿਨਾਂ ਲੋਕ ਲਹਿਰ ਨਹੀਂ, ਸਿਰਫ ਹੈਂਗਮੈਨ ਹੀ ਹੋ ਸਕਦਾ ਵਾ। ਰਵਿੰਦਰਜੀਤ ਸਿੰਘ ਪੰਧੇਰ ਦਾ ਕਮੈਂਟ ਵੀ ਫੇਸਬੁੱਕ ਦੇ ਉੱਪਰ ਆਇਆ ਵਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਹ ਕਹਿ ਰਹੇ ਨੇ ਇਹ ਸਭ ਭਾਜਪਾ ਅਸਲ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਰੌਲਾ ਪਾਈ ਜਾਂਦਾ ਵਾ। ਸੋ ਇਹ ਭਾਜਪਾ ਦੀ ਉਹਨਾਂ ਵੀ ਆਲੋਚਨਾ ਕੀਤੀ ਹੈ। ਇਹ ਸਵਾਲ ਇਹ ਵੀ ਉੱਠਦਾ ਵਾ ਕਿ ਇਹ ਬਵਾਲ ਜਿਹੜਾ ਵਾ ਖੜਾ ਕਿਹੜੀ ਗੱਲ ਤੋਂ ਹੋਇਆ? ਆਫਟਰ ਆਲ ਰਾਹੁਲ ਗਾਂਧੀ ਨੇ ਕੀ ਉੱਥੇ ਜਾ ਕੇ ਕਹਿਤਾ? ਕੀ ਉਹਨਾਂ ਨੇ ਕਿਹਾ ਵੀ ਬਾਹਰੋਂ ਕੋਈ ਤਾਕਤਾਂ ਇੱਥੇ ਆ ਕੇ ਮੁਲਕ ਦਾ ਲੋਕਤੰਤਰ ਬਹਾਲ ਕਰਨ? ਲੱਗਦਾ ਤਾਂ ਨਹੀਂ ਇਹੋ ਜਿਹੀ ਗੱਲ ਕਹੀ ਆ। ਕੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੁਲਕ ਨੂੰ ਬਾਹਰ ਜਾ ਕੇ ਬੇਇੱਜ਼ਤ ਕੀਤਾ? ਲੱਗਦਾ ਤਾਂ ਨਹੀਂ। ਅਸਲ 'ਚ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਹੀਆਂ 4-5 ਗੱਲਾਂ। ਭਾਰਤ ਦਾ ਲੋਕਤੰਤਰ ਖਤਰੇ 'ਚ ਆ। ਲੋਕਤੰਤਰ ਦਾ ਜਿਹੜਾ ਮੁੱਢਲਾ ਢਾਂਚਾ ਵਾ ਉਹਦੇ 'ਤੇ ਹਮਲੇ ਹੋ ਰਹੇ ਆ। RSS ਰਾਸ਼ਟਰੀ ਸਵੈਮ ਸੇਵਕ ਸੰਘ RSS ਜਿਹੜੀ ਆ ਉਹ ਇੱਕ ਫਾਸਿਸਟ ਤੇ ਫੰਡਾਮੈਂਟਲਿਸਟ ਸੰਸਥਾ ਵਾ ਜੋ ਮੁਸਲਿਮ ਬ੍ਰਦਰਹੁੱਡ ਦੇ ਤਰਸ ਤੇ ਚੱਲ ਰਹੀ ਹੈ। ਔਰ ਇਹ ਸੰਸਥਾ ਜਿਹੜੀ ਆ ਇਹ ਪ੍ਰੈਸ, ਨਿਆਂਪਾਲਿਕਾ, ਸੰਸਦ, ਚੋਣ ਕਮਿਸ਼ਨ ਵਰਗੀਆਂ ਜਿਹੜੀਆਂ ਇੰਸਟੀਟਿਊਸ਼ਨਸ ਆ, ਸੰਸਥਾਵਾਂ ਵਾ, ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਔਰ ਬਹੁਤ ਸਾਰੇ ਲੋਕਾਂ ਦਾ, ਰਾਹੁਲ ਗਾਂਧੀ ਦਾ ਔਰ ਬਹੁਤ ਸਾਰੇ ਲੋਕਾਂ ਦੇ ਫੋਨਾਂ ਦੀ ਨਿਗਰਾਨੀ, ਸਰਵੇਲੈਂਸ ਹੋ ਰਹੀ ਹੈ। ਔਰ ਜਿਹੜੇ ਭਖਦੇ ਮਸਲੇ ਨੇ, ਭਾਵੇਂ ਉਹ ਨੋਟਬੰਦੀ ਹੋਵੇ, ਭਾਵੇਂ ਕਿਸਾਨੀ ਮਸਲਾ ਹੋਵੇ, ਭਾਵੇਂ ਸਰਹੱਦਾਂ ਦਾ ਮਸਲਾ ਹੋਵੇ, ਜਾਂ ਹੋਰ ਮੁਲਕ ਦੇ ਵਿੱਚ ਜੋ ਇੱਕ ਮਾਈਨੋਰਿਟੀ ਦੇ ਉੱਤੇ ਹਮਲੇ ਹੋ ਰਹੇ ਹੋਣ, ਇਹਨਾਂ ਮਸਲਿਆਂ ਦੇ ਉੱਪਰ ਸੰਸਦ ਦੇ ਵਿੱਚ ਗੱਲ ਵਿਚਾਰ ਚਰਚਾ ਨਹੀਂ ਹੋਣ ਦਿੱਤੀ ਜਾ ਰਹੀ। ਆਪੋਜੀਸ਼ਨ ਨੂੰ ਆਪਣੀ ਸਪੇਸ ਨਹੀਂ ਮਿਲ ਰਹੀ। ਔਰ ਫਿਰ ਵੀ ਕੱਲ ਰਾਹੁਲ ਨੇ ਫਿਰ ਕਿਹਾ ਕਿ ਜੇ ਵਾਕਈ ਮੁਲਕ ਦੇ ਵਿੱਚ ਲੋਕਤੰਤਰ ਹੈ, ਜਮਹੂਰੀਅਤ ਹੈ, ਤੇ ਇਹਦਾ ਟੈਸਟ ਇਹ ਹੋਊਗਾ ਕਿ ਉਹਨਾਂ ਨੂੰ ਆਪਣੀ ਗੱਲ ਸੰਸਦ ਦੇ ਵਿੱਚ ਕਹਿਣ ਦਿੱਤੀ ਜਾਂਦੀ ਹੈ ਕਿ ਨਹੀਂ। ਉਹਨਾਂ ਦੇ 4 ਮੰਤਰੀਆਂ ਨੇ, ਭਾਜਪਾ ਦੇ 4 ਮੰਤਰੀਆਂ ਨੇ ਉਹਦੀ ਆਲੋਚਨਾ ਕੀਤੀ। ਉਹਨਾਂ ਦਾ ਉਹ ਜਵਾਬ ਦੇਣਾ ਚਾਹੁੰਦੇ ਆ। ਜੇ ਤਾਂ ਉਹਨਾਂ ਨੂੰ ਜਵਾਬ ਦੇਣ ਦਿੱਤਾ ਤਾਂ ਵਾਕਈ ਇਸ ਮੁਲਕ ਦੇ ਵਿੱਚ ਜਮਹੂਰੀਅਤ ਹੈ। ਜੇ ਨਹੀਂ ਦੇਣ ਦਿੱਤਾ ਤਾਂ ਉਹਨਾਂ ਕਹਿਣਾ ਕਿ ਜੋ ਉਹਨਾਂ ਨੇ ਬਾਹਰ ਜਾ ਕੇ ਕਿਹਾ ਵਾ ਉਹ ਸੱਚ ਸਾਬਤ ਹੋਵੇਗਾ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਦੇਖਦੇ ਹਾਂ ਸਾਡੇ ਅਗਲੇ ਕਾਲਰ ਅੱਜ ਵੇਲੇ ਇਸ ਮਸਲੇ ਉੱਪਰ ਕੀ ਗੱਲ ਸ਼ੇਅਰ ਕਰਨੀ ਚਾਹੁੰਦੇ। ਹੈਲੋ ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਥੋੜੀ ਜਿਹੀ ਹਟ ਕੇ ਗੱਲ ਕਰਨੀ ਚਾਹੁੰਦਾ ਸੀਗਾ। ਹਾਂ ਵੀ ਇਹ ਤਾਂ ਚਲੋ ਠੀਕ ਹੈ, ਨਾ ਕਾਂਗਰਸ ਨੂੰ ਜਾਂ BJP ਨੂੰ ਬਾਹਰ ਜਾ ਕੇ ਆਪਦੇ ਹਿੰਦੁਸਤਾਨ ਦੇ ਖਿਲਾਫ ਕੋਈ ਗੱਲ ਕਰਨੀ ਨਹੀਂ ਚਾਹੀਦੀ। ਪਰ ਜਿਹੜੀ ਆਪਣੇ ਖੇਰ ਆ, ਇੱਥੇ ਦੀ ਚੰਡੀਗੜ੍ਹ ਦੀ ਮੇਅਰ ਆ, ਆਪਣੇ MP ਆ, ਉਹਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਵੀ ਪੜ੍ਹਿਆ ਹੋਣਾ ਸ਼ਾਇਦ। ਕਿਰਨ ਖੇਰ ਉਹ ਕਹਿੰਦੀ ਵੀ ਮੈਂ ਆ ਕੇ ਆਪਦੇ ਇਲਾਕੇ ਦੇ ਵਿੱਚ ਕਹਿੰਦੀ ਬਹੁਤ ਕੰਮ ਕਰਾਇਆ, ਤੇ ਜੇ ਹੁਣ ਮੇਰੇ ਕੰਮ ਕਰਾਏ ਤੇ ਜੇ ਕਿਸੇ ਨੇ ਵੋਟਾਂ ਨਾ ਪਾਉਣੀ ਮੈਂ ਉਹਨਾਂ ਦੇ ਸਿਰ 'ਚ ਜੁੱਤੀਆਂ ਮਾਰੂ। ਇਹ ਜਿਹੜੀ ਪਬਲਿਕ ਦੀ ਇੰਨੀ ਬੇਇੱਜ਼ਤੀ ਕਰਦੀ ਆ, ਇਹ ਕੋਈ ਜਾਇਜ਼ ਆ? ਇਹਦੀ ਬਾਤ ਤੁਸੀਂ ਦੱਸੋ ਵੀ ਇਹਦੇ ਬਾਤ ਵੀ ਤੁਸੀਂ ਗੱਲਾਂ ਲਿਓ। ਗਲਤ ਇਹੋ ਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ। ਤੁਸੀਂ ਆਪਣਾ ਜਿਹੜਾ ਤੁਸੀਂ ਕੰਮ ਕਰਦੇ ਜੇ ਉਹ ਤੁਹਾਡਾ ਫਰਜ਼ ਆ, ਔਰ ਲੋਕੀ ਤੁਹਾਨੂੰ ਵੋਟਾਂ ਪਾਉਣ ਨਾ ਪਾਉਣ ਇਹ ਉਹਨਾਂ ਦਾ ਅਧਿਕਾਰ ਆ। ਸੋ ਮੇਰਾ ਨਹੀਂ ਖਿਆਲ ਕਿ ਵੋਟਾਂ ਤੁਹਾਨੂੰ ਨਾ ਮਿਲਣ ਕਰਕੇ ਕੋਈ ਇਹੋ ਜਿਹੀ ਟਿੱਪਣੀ, ਛਿੱਤਰ ਜਾਂ ਜੁੱਤੀਆਂ ਮਾਰਨ ਵਾਲੀ ਗੱਲ ਕਦੀ ਵੀ ਕਿਸੇ ਲੀਡਰ ਨੂੰ ਕਹਿਣੀ ਚਾਹੀਦੀ ਹੈ। ਪਬਲਿਕਲੀ ਬਿਲਕੁਲ ਵੀ ਨਹੀਂ, ਪ੍ਰਾਈਵੇਟਲੀ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਕਾਕਾ ਬੈਂਸ ਨੇ ਹੁਣੇ ਜਿਹੜਾ ਕਮੈਂਟ ਕੀਤਾ ਸੀ ਉਹਦੇ 'ਚ ਉਹਨੇ ਕਿਹਾ ਸੀ ਵੀ ਲੀਡਰ ਤੋਂ ਬਿਨਾਂ ਤੇ ਸਿਰਫ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਲੀਡਰ ਤੋਂ ਬਿਨਾਂ ਤੇ ਹੰਗਾਮਾ ਹੀ ਹੋ ਸਕਦਾ ਵਾ। ਉਹ ਪਹਿਲੋਂ ਮਿਸਪੈਲਿੰਗ ਹੋ ਗਈ ਸੀ। ਕਾਕਾ ਬੈਂਸ ਨੇ ਕਲੈਰੀਫਿਕੇਸ਼ਨ ਦਿੱਤੀ ਹੈ। ਉਸ ਤੋਂ ਇਲਾਵਾ ਦਲਵੀਰ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ। ਉਹ ਕਹਿ ਰਹੇ ਨੇ ਇੰਡੀਆ 'ਚ ਲੋਕਤੰਤਰ 8 ਸਾਲ ਤੋਂ ਖਤਮ ਹੈ। ਇਹ ਦਲਵੀਰ ਸਿੰਘ ਦਾ ਕਮੈਂਟ ਹੈ। ਇੱਕ ਔਲਖ ਸਾਹਿਬ ਦਾ ਵੀ ਕਮੈਂਟ ਹੁਣੇ ਆਇਆ ਵਾ, ਮੇਰੇ ਸਕਰੀਨ ਤੋਂ ਨੀਚੇ ਚਲਾ ਗਿਆ ਵਾ।
ਅੰਮ੍ਰਿਤਪਾਲ ਔਲਖ ਨੇ ਕਿਹਾ ਵਾ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਬਿਲਕੁਲ ਜਾਇਜ਼ ਹਨ। ਸੰਸਾਰ ਦੀ ਇੱਕ DEM ਡੈਮੋਕ੍ਰੇਸੀ ਨਾਲ ਦੀ ਸੰਸਥਾ ਨੇ ਕਿਹਾ ਕਿ ਭਾਰਤ 'ਚ ਹੁਣ ਡੈਮੋਕ੍ਰੇਸੀ ਦੀ ਜਗ੍ਹਾ ਆਟੋਕ੍ਰੇਸੀ ਸ਼ਾਇਦ ਕਹਿਣਾ ਚਾਹੁੰਦੇ ਆ, ਔਰੋਕ੍ਰੇਸੀ ਕਿਹਾ ਪਰ ਆਟੋਕ੍ਰੇਸੀ ਕਹਿਣਾ ਚਾਹੁੰਦੇ ਆ, ਵੱਲ ਵੱਧ ਰਿਹਾ ਵਾ। ਸੰਸਦ ਦਾ ਸਦਨ ਜੋ ਕਿਸੇ ਸਮੇਂ 160 ਤੋਂ 70 ਦਿਨ ਹੁੰਦਾ ਸੀ ਉਹ ਕੇਵਲ 60 ਤੋਂ 70 ਦਿਨ ਚੱਲਦਾ ਵਾ। ਹੁਣ ਸੰਸਦ 'ਚ ਉਸਾਰੂ ਡਿਸਕਸ਼ਨ ਦੀ ਜਗ੍ਹਾ ਪਰਸਨਲ ਮਿਹਣੀ ਹੁੰਦੀ ਹੈ। ਇਹ ਅੰਮ੍ਰਿਤਪਾਲ ਦਾ ਕਮੈਂਟ ਹੈ। ਵਾਕਈ ਕਿਸੇ ਵੇਲੇ ਸੰਸਦ ਦੀ ਕਾਰਵਾਈ 150 ਦਿਨ ਤੋਂ ਵੱਧ ਹੁੰਦੀ ਸੀ ਔਰ ਹੁਣ ਉਹ ਦਿਨ ਘਟਦੇ ਜਾ ਰਹੇ ਨੇ। ਵਿਧਾਨ ਸਭਾ ਵੀ ਕਿਸੇ ਵੇਲੇ 50 ਤੋਂ 60-70 ਦਿਨ ਹੁੰਦੇ ਸੀ। ਇੱਥੇ ਵੀ ਜਿਹੜੀਆਂ ਸੈਸ਼ਨ ਦੀਆਂ ਸਿਟਿੰਗਸ ਆ ਔਰ ਹੁਣ ਪਿਛਲੇ ਕਈ ਸਾਲਾਂ ਤੋਂ 15-20-25 ਦਿਨ ਤੱਕ ਹੀ ਸੀਮਤ ਰਹਿ ਗਈਆਂ। ਪ੍ਰੀਤ ਕਮਲ ਦਾ ਕਮੈਂਟ ਆਇਆ ਵਾ ਕਿ ਰਾਹੁਲ ਗਾਂਧੀ ਨੇ ਕੁਝ ਗਲਤ ਨਹੀਂ ਕਿਹਾ, ਸਿਰਫ ਅਡਾਨੀ ਨੂੰ ਬਚਾਉਣ ਲਈ ਡਰਾਮਾ ਹੋ ਰਿਹਾ ਵਾ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਲਗਾਤਾਰ UK ਤੋਂ ਹੀ ਕੁਝ ਹੋ ਰਿਹਾ ਵਾ, ਲਗਾਤਾਰ UK ਤੋਂ ਹੀ ਕੁਝ ਹੋ ਰਿਹਾ ਵਾ। ਮੀਨਵਾਈਲ ਲਖਵੀਰ ਸੋਹਲ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ ਔਰ ਹਰਦੀਪ ਸਿੰਘ ਮੈਨੂੰ ਪੁੱਛ ਰਹੇ ਨੇ ਕਿ ਜੋ ਤੁਸੀਂ ਸਾਨੂੰ ਪੁੱਛਦੇ ਜਮਹੂਰੀਅਤ ਬਾਰੇ, ਤੁਸੀਂ ਦੱਸੋ ਕਿ ਭਾਰਤ ਦੇ ਵਿੱਚ ਲੋਕਤੰਤਰ ਹੈ ਜਾਂ ਡੰਡਾ ਤੰਤਰ। ਕੋਈ ਨਹੀਂ ਹਰਦੀਪ ਸਿੰਘ ਜੀ, ਮੈਂ ਇਹਦੇ ਬਾਰੇ ਵੀ ਆਪਣੇ ਵਿਊ ਵੀ ਜ਼ਰੂਰ ਦਊਂਗਾ। ਇੱਕ ਕਾਲਰ ਹੋਰ ਜੁੜ ਗਏ ਨੇ, ਉਹਨਾਂ ਦੀ ਕਾਲ ਲੈ ਕੇ ਮੈਂ ਛੋਟੀ ਜਿਹੀ ਬ੍ਰੇਕ ਲਊਂਗਾ। ਹੈਲੋ ਹਾਂਜੀ ਭਾਈ ਸਾਹਿਬ, ਤੁਸੀਂ ਔਨ 에ਅਰ ਜੇ। ਹੈਲੋ ਹਾਂਜੀ, ਮੈਂ ਹੀ ਜੁੜਿਆ ਜੀ। ਹਾਂਜੀ ਸੋਢੀ ਸਾਹਿਬ। ਹਾਂਜੀ ਮੇਰਾ ਦੁਬਾਰਾ ਨੰਬਰ ਲੱਗ ਗਿਆ ਕੁਦਰਤੀ। ਮੈਂ ਜਿਹੜੀ ਕਿਰਨ ਖੈਰ ਵਾਲੀ ਗੱਲ ਭਾਜੀ ਨੇ ਕੀਤੀ ਹੈ ਨਾ, ਮੈਂ ਤਾਂ ਨਹੀਂ ਸੀ ਕੀਤੀ। ਮੈਂ ਕਿਹਾ ਵੀ ਤੁਸੀਂ ਕਹੋ ਵੀ ਮੇਰਾ ਵਿਸ਼ਾ ਪਲਟ ਕੇ ਰੱਖ ਦਿੱਤਾ, ਅਦਰਵਾਈਜ਼ ਦਿਲ ਮੇਰਾ ਵੀ ਬੜਾ ਸੜਿਆ ਸੀ ਇਹਦਾ। ਵੇਖੋ 2-2.5 ਸਾਲ ਪਹਿਲਾਂ ਕਿੰਨਾ ਚਿਰ ਇਹ ਲੋਕ ਸਭਾ 'ਚ ਨਹੀਂ ਗਈ ਹਾਜ਼ਰੀ ਲਾਉਣ ਵੀ ਮੈਂ ਕੈਂਸਰ ਦੀ ਪੀੜਤ ਹਾਂ, ਮੈਂ ਹਸਪਤਾਲ 'ਚ ਦਾਖਲ ਹਾਂ। ਇਹਨੂੰ ਉੱਥੇ ਐਬਸੈਂਟੀ ਕਰਕੇ ਤੇ ਇਹਦਾ ਤੇ ਵੈਸੇ ਹੀ ਇਹਨੂੰ ਡਿਸਕੁਆਲੀਫਾਈ ਕਰਨਾ ਸੀ। ਤੇ ਜੇ ਉੱਠੀ ਹੈ ਤੇ ਉੱਠ ਕੇ ਆ ਕੇ ਕਹਿੰਦੀ ਆ ਵੀ ਜੇ ਦੀਪਨਗਰ ਕਲੋਨੀ ਵਾਲਿਆਂ ਨੇ ਮੈਨੂੰ ਵੋਟਾਂ ਨਾ ਪਾਈਆਂ ਤੇ ਜਾ ਕੇ ਮੈਂ ਉਹਨੂੰ ਛਿੱਤਰ ਫੇਰਨਾ। ਗਲਤ ਸੀ, ਇਹੋ ਜਿਹੇ ਬਿਆਨ ਬਿਲਕੁਲ ਨਹੀਂ ਦੇਣੇ ਚਾਹੀਦੇ। ਥੈਂਕ ਯੂ ਸੋਢੀ ਸਾਹਿਬ, ਮਿਹਰਬਾਨੀ। KPT ਮੁਲਤਾਨੀ, ਸਤਨਾਮ ਸਿੰਘ ਧਾਮੀ ਤੇ ਮਿਸਕੀ ਗੁਪਤਾ ਦੇ ਵੀ ਤਾਜ਼ੇ ਕਮੈਂਟ ਤੁਸੀਂ ਦੇਖ ਸਕਦੇ ਜੇ। KPT ਮੁਲਤਾਨੀ ਕਹਿ ਰਹੇ ਨੇ ਸਮਝ ਨਹੀਂ ਆਉਂਦੀ ਕਿ ਕਿਉਂ ਭੁੱਲ ਜਾਂਦੇ ਹਾਂ ਕਿ ਹੁਣ ਤਾਂ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਗੱਲ ਹੀ ਨਹੀਂ ਰਹਿ ਗਈ ਜੀ। ਸੋਸ਼ਲ ਮੀਡੀਆ ਆਲ ਓਵਰ ਵਰਲਡ 'ਚ ਹੋਇਆ ਪਿਆ ਵਾ, ਸਾਰੇ ਹਾਲਾਤ ਪਤਾ ਲੱਗ ਰਹੇ ਹਨ, ਹਰ ਇੱਕ ਦੇਸ਼ ਦੇ ਹਾਲਾਤ ਦੂਜੇ ਦੇਸ਼ ਨੂੰ ਪਤਾ ਲੱਗ ਰਹੇ ਆ। ਬਿਲਕੁਲ ਸਹੀ ਕਿਹਾ KPT ਮੁਲਤਾਨੀ ਨੇ। ਕੋਈ ਲੀਡਰ ਉੱਥੇ ਜਾ ਕੇ ਕੁਝ ਕਹਿੰਦਾ ਜਾਂ ਨਹੀਂ ਕਹਿੰਦਾ, ਸੋਸ਼ਲ ਮੀਡੀਆ ਦੇ ਜ਼ਰੀਏ ਜਿੱਥੇ ਵੀ ਤੁਸੀਂ ਹੈਗੇ ਜੋ ਉੱਥੋਂ ਆਪਣੀ ਗੱਲ ਤੁਸੀਂ ਕਹਿ ਸਕਦੇ ਜੇ। ਸੋ ਇਹੋ ਜਿਹੀਆਂ ਗੱਲਾਂ ਤੇ ਬਾਹਰ ਜਾ ਕੇ ਕੋਈ ਕੀ ਟਿੱਪਣੀ ਕਰਦਾ ਵਾ ਉਹਦੇ ਤੇ ਇਤਰਾਜ਼ ਕਰਨਾ ਵਾਜਬ, ਉੱਤੇ ਇਤਰਾਜ਼ ਕਰਨਾ ਵਾਜਬ ਨਹੀਂ। ਇਹ ਭਾਈ ਸਾਹਿਬ ਦਾ ਵਿਚਾਰ ਆ, ਮੇਰੇ ਖਿਆਲ ਬਿਲਕੁਲ ਸਹੀ ਕਿਹਾ KPT ਮੁਲਤਾਨੀ ਨੇ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਵੈਸੇ ਕੋਈ ਬਹੁਤੀ ਸਿਆਣੀ ਗੱਲ ਨਹੀਂ ਬਾਹਰ ਜਾ ਕੇ ਆਪਣੇ ਮੁਲਕ ਦੀ ਆਲੋਚਨਾ ਕਰਨੀ, ਪਰ ਜੇ ਤਕੜੀ ਲੋਕਤੰਤਰ ਆਪਣੇ ਮੁਲਕ ਦੀ ਅਸੀਂ ਦਾਅਵਾ ਕਰਦੇ ਹਾਂ ਵੀ ਸਾਡੇ ਮੁਲਕ ਦੀ ਬੜੀ ਤਕੜੀ ਲੋਕਤੰਤਰ ਆ, ਤੇ ਫਿਰ ਇਸ ਗੱਲ ਨੂੰ ਜਰਨ ਦੀ ਵੀ ਜ਼ਰੂਰਤ ਸਾਨੂੰ ਚਾਹੀਦੀ ਹੈ। ਇਹ ਸਤਨਾਮ ਸਿੰਘ ਧਾਮੀ ਦਾ ਕਮੈਂਟ ਆ। ਮਿਸਕੀ ਗੁਪਤਾ ਦਾ ਵੀ ਤਾਜ਼ਾ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੀ। ਅਸੀਂ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਦੇ ਇੰਗਲੈਂਡ ਦੌਰੇ ਦੀ, ਜਿੱਥੇ ਉਹਨਾਂ ਨੇ ਭਾਰਤੀ ਲੋਕਤੰਤਰ ਬਾਰੇ ਕੁਝ ਟਿੱਪਣੀਆਂ ਕੀਤੀਆਂ, ਜਿਹਦੇ ਕਰਕੇ ਆਪਣੇ ਸੰਸਦ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਹੰਗਾਮਾ ਹੋ ਰਿਹਾ। ਉਹਨਾਂ ਦੀ ਟਿੱਪਣੀ ਕਿੰਨੀ ਵਾਜਬ, ਹੰਗਾਮਾ ਜਿਹੜਾ ਹੋ ਰਿਹਾ ਵਾ ਉਹ ਕਿੰਨਾ ਸਹੀ, ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਲਖਬੀਰ ਸੋਹਲ ਵੀ ਜੁੜ ਗਏ ਨੇ। ਉਹ ਕਹਿ ਰਹੇ ਨੇ ਕਿ ਜੋ ਮੋਦੀ ਸਾਹਿਬ ਬਾਹਰ ਜਾ ਕੇ ਕਹਿੰਦੇ ਨੇ ਉਹ ਸਹੀ ਆ, ਜੋ ਰਾਹੁਲ ਨੇ ਕਿਹਾ ਉਹਨਾਂ ਮੁਤਾਬਕ ਉਹ ਸੱਚ ਹੈ। ਮੀਨਵਾਈਲ ਮਿਸਕੀ ਗੁਪਤਾ ਤੇ ਹਰਦੀਪ ਸਿੰਘ ਸੋਢੀ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਇਹਨਾਂ ਨੇ ਟਿੱਪਣੀ ਕੀਤੀ ਆ, ਉਹ ਵੀ ਤੁਸੀਂ ਦੇਖ ਸਕਦੇ ਜੇ। ਮਿਸਕੀ ਗੁਪਤਾ ਕਹਿ ਰਹੇ ਨੇ ਕਿ 1977 ਤੋਂ ਬਾਅਦ ਲੋਕਤੰਤਰ ਹੈ ਮੁਲਕ ਦੇ ਵਿੱਚ। ਇਹ ਸੋਢੀ ਸਾਹਿਬ ਨੂੰ ਉਹਨਾਂ ਨੇ ਐਡਰੈਸ ਕਰਕੇ ਕਿਹਾ ਵਾ, ਤੇ ਅੱਗੋਂ ਸੋਢੀ ਸਾਹਿਬ ਨੇ ਕਿਹਾ ਵਾ ਕਿ ਇਸ ਸਵਾਲ ਅੱਜ ਦੇ ਮੁੱਦੇ ਨਾਲ ਕੀ ਸੰਬੰਧ ਆ। ਇੱਕ ਪਾਸੇ ਕਹਿੰਦੇ ਹੋ ਕਿ ਮੈਨੂੰ ਕਾਂਗਰਸ ਵਿਰੋਧੀ ਨਾ ਕਹੋ, ਤੇ ਦੂਜੇ ਪਾਸੇ ਕਾਂਗਰਸ ਵੱਲੋਂ ਜਿਹੜੇ ਉਡਾਏ ਖੰਭ ਨੇ ਉਹਨਾਂ ਨੂੰ ਡਾਰ ਬਣਾਉਣ ਦੀ ਕੋਸ਼ਿਸ਼ ਤੁਸੀਂ ਬਣਾਉਣ ਦੀ ਲਈ ਪੱਬਾਂ ਪਾਰ ਰਹਿੰਦੇ ਹੋ। ਇਹ ਸੋਢੀ ਸਾਹਿਬ ਦਾ ਅੱਗੋਂ ਕਮੈਂਟ ਹੈ। ਮੀਨਵਾਈਲ ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਕਿ ਮਾਫੀ ਮੰਗਣ ਦੀ ਬਜਾਏ ਭਾਜਪਾ ਨੂੰ ਜੋ ਉਹਨਾਂ ਨੇ ਇਸ਼ੂਜ਼ ਰੇਜ਼ ਕੀਤੇ ਆ, ਉਹਨਾਂ ਨੇ ਜੋ ਖਦਸ਼ੇ ਜਤਾਏ ਆ, ਉਹਨਾਂ ਦਾ ਜਵਾਬ ਦੇਣਾ ਚਾਹੀਦਾ। ਮੀਨਵਾਈਲ ਗੁਰਬਚਨ ਸਿੰਘ ਮਾਨ ਸਾਡੇ ਨਾਲ ਜੁੜ ਗਏ ਨੇ ਬੜੇ ਦਿਨਾਂ ਤੋਂ ਬਾਅਦ। ਉਹਨਾਂ ਦਾ ਖਿਆਲ ਆ ਕਿ ਭਾਰਤ ਵਿੱਚ ਗੋਦੀ ਮੀਡੀਆ ਮੋਦੀ ਦੇ ਖਿਲਾਫ ਮੂੰਹ ਨਹੀਂ ਖੋਲ੍ਹ ਸਕਦਾ। ਮੋਦੀ ਦਾ ਡਰ ਹੈ
ਕਿ ਜੇ ਜਦੋਂ ਵਿਦੋਸ਼ੀ ਪ੍ਰੈਸ ਰਾਹੁਲ ਦੀਆਂ ਟਿੱਪਣੀਆਂ ਨੂੰ ਵਾਜਬ ਜਗ੍ਹਾ ਵੀ ਦਿੰਦੀ ਹੈ ਤਾਂ ਇਹ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਹਨ। ਇੱਕ ਇਹ ਤਾਨਾਸ਼ਾਹੀ ਨਜ਼ਰੀਏ ਦੀ ਤੰਗਦਿਲੀ ਦਾ ਨਮੂਨਾ ਹੈ, ਲੋਕਤੰਤਰ ਦਾ ਨਹੀਂ। ਗੁਰਬਚਨ ਸਿੰਘ ਮਾਨ ਦਾ ਇਹ ਕਮੈਂਟ ਹੈ। ਕਾਫੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਸੋ ਇੱਕ ਇੱਕ ਕਰਕੇ ਮੈਂ ਉਹਨਾਂ ਦੀ ਹੁਣ ਕਾਲ ਲੈਣ ਲੱਗਾ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਜਦੋਂ ਇੱਥੇ ਇਲੈਕਸ਼ਨ ਭਾਜੀ ਕੌਣ ਬੋਲ ਰਹੇ ਤੁਸੀਂ? ਮੈਂ ਪਾਲ ਸਿੰਘ ਬੋਲਦਾ। ਹਾਂਜੀ ਪਾਲ ਸਿੰਘ ਜੀ। ਹਾਂਜੀ ਪਾਲ ਸਿੰਘ। ਜਦੋਂ ਯੂਐਸ 'ਚ ਇਲੈਕਸ਼ਨ ਹੋਣਗੇ, ਮੋਦੀ ਨੇ ਸ਼ਰੇਆਮ ਕਿਹਾ ਵੀ ਟਰੰਪ ਦੀ ਮਤ ਵੋਟਾਂ ਪਾਇਓ। ਅੱਜ ਤੱਕ ਤੁਸੀਂ ਸੁਣਿਆ ਦੁਨੀਆ ਦਾ ਕੋਈ ਪ੍ਰਧਾਨ ਮੰਤਰੀ ਇਦਾਂ ਕਹਿੰਦਾ ਹੋਵੇ? ਮੇਰੇ ਖਿਆਲ ਉਹ ਟਿੱਪਣੀ ਸਹੀ ਨਹੀਂ ਸੀ, ਇਦਾਂ ਦੀ ਟਿੱਪਣੀ ਨਹੀਂ ਕਰਨੀ ਚਾਹੀਦੀ ਜੀ। ਜੋ ਇਹ ਬੋਲਦਾ ਹੈ, ਜਿਹੜੇ ਮੋਦੀ ਬੋਲ ਰਿਹਾ ਬਾਹਰ ਆ ਕੇ, ਹੁਣ ਮਨਮੋਹਨ ਸਿੰਘ ਭਾਜੀ ਉਰੇ ਆਉਂਦਾ ਹੈ, ਉਹ 10 ਸਾਲਾਂ ਦਾ ਰਿਹਾ, ਉਹਨੇ ਵੀ ਇਦਾਂ ਦੀ ਟਿੱਪਣੀ ਕੀਤੀ। ਹੁਣ ਜਿਹੜੀਆਂ ਇਹ ਜਿੰਨੇ ਚਿਰ ਦਾ ਇਹ ਆ ਰਿਹਾ, ਕਿੰਨੀਆਂ ਟਿੱਪਣੀਆਂ ਕਰ ਰਿਹਾ, ਕਦੇ ਕੁਛ ਬਣ ਜਾਂਦਾ, ਕਦੇ ਕੁਛ ਬਣ ਜਾਂਦਾ, ਕਦੇ ਜਾਦੂ ਬਣ ਜਾਂਦਾ, ਕਦੇ ਸ਼ੇਰ ਬਣ ਜਾਂਦਾ। ਇਹ ਤਾਂ ਇੰਡੀਆ ਦਾ ਭਾਈ ਹਾਲਾਤ ਤਾਂ ਹੁਣ ਸੁਧਰਨੇ ਮੁਸ਼ਕਲ ਭਾਜੀ, ਮੁਸ਼ਕਲ। ਮਿਹਰਬਾਨੀ, ਥੈਂਕ ਯੂ। ਭਾਈ ਸਾਹਿਬ ਦਾ ਖਿਆਲ ਹੈ ਕਿ ਹਾਲਾਤ ਸੁਧਰਨੇ ਭਾਰਤ ਦੇ ਮੁਸ਼ਕਲ ਨੇ। ਖੈਰ ਇਹ ਮੇਰੇ ਖਿਆਲ ਹੈ ਅਸੀਂ ਫਿਰ ਵੀ ਆਸ਼ਾਵੰਦ ਹਾਂ ਅਸੀਂ ਕਿ ਹਾਲਾਤ ਜ਼ਰੂਰ ਸੁਧਰਨਗੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ। ਹਾਂ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਹਾਂ ਸੰਧੂ ਸਾਹਿਬ, ਤੁਹਾਨੂੰ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਸੰਧੂ, ਹਾਂਜੀ ਸੰਧੂ ਸਾਹਿਬ, ਮੈਂ ਕੈਪਟਨ ਇਕਬਾਲ ਸਿੰਘ ਬੋਲਦਾ। ਹਾਂਜੀ ਹਾਂਜੀ ਸੰਧੂ ਸਾਹਿਬ, ਕੋਈ ਸਾਰੇ ਸਰੋਤਿਆਂ ਦੀ ਇੱਕੋ ਹੀ ਆਵਾਜ਼ ਸੀਗੀ। ਕਿਸੇ ਨੇ ਸਿੱਧਾ ਕਹਿਤਾ, ਕਿਸੇ ਨੇ ਘੁਮਾ ਕੇ ਕਹਿਤਾ। ਜੋ ਕੁਝ ਵੀ ਉਸਨੇ ਰਾਹੁਲ ਗਾਂਧੀ ਨੇ ਕਿਹਾ ਨਾ ਬਾਹਰ, ਉਹ ਠੀਕ ਹੀ ਕਿਹਾ ਹੈ। ਔਰ ਕਾਂਗਰਸ ਨੂੰ ਸਜ਼ਾ ਮਿਲ ਗਈ ਹੈ ਜੋ ਉਸਨੇ ਕੀਤਾ ਸੀ। ਆਸ ਕਰਦੇ ਆ ਭਾਰਤੀ ਜਨਤਾ ਪਾਰਟੀ ਨੂੰ ਵੀ ਮਿਲੂਗਾ। ਮੈਨੂੰ ਤੁਸੀਂ ਇਹ ਦੱਸੋ, ਸਾਨੂੰ 1965 ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਨਾਅਰਾ ਲਾਇਆ ਸੀ, ਜੈ ਜਵਾਨ ਜੈ ਕਿਸਾਨ ਜੀ। ਹੁਣ ਇਹ 9 ਸਾਲ ਚ ਨਾ ਤਾਂ ਕਿਸਾਨ ਹੀ ਕੁਛ ਰਿਹਾ, 1 ਸਾਲ ਬੈਠੇ ਰਹੇ ਕਿਸਾਨ ਉੱਥੇ, 1 ਸਾਲ ਜੀ। ਧੰਨ ਆ ਉਹ ਲੋਕ ਜੀ ਜਿਨ੍ਹਾਂ ਨੇ ਬਾਹਰੋਂ ਉਹਨਾਂ ਲੋਕਾਂ ਨੂੰ ਬਹੁਤ ਕੁਝ ਭੇਜਿਆ ਜੀ। ਦੂਜੀ ਗੱਲ ਹੈ, ਦੇਖੋ 1 ਸਾਲ ਉੱਥੇ ਡਿਗਰੀਆਂ ਕਿੰਨੀਆਂ ਦਿੱਤੀਆਂ ਉਹਨਾਂ ਕਿਸਾਨਾਂ ਨੂੰ, ਜਲਦੀ ਜਲਦੀ ਲਿਖੀਆਂ। ਵੈਸੇ ਡਿਗਰੀਆਂ ਤਾਂ 9 ਦਿੱਤੀਆਂ ਸੀ ਉਹਨਾਂ ਵਿਚਾਰੇ ਗਰੀਬਾਂ ਨੂੰ, ਜਿਹੜੇ ਦੇਸ਼ ਦੇ ਅੰਦਰ 100 ਦੇ ਪਿੱਛੇ 75 ਦਾ ਢਿੱਡ ਭਰਦਾ ਉਹ ਕਿਸਾਨ, ਉਹਨੂੰ ਡਿਗਰੀਆਂ 9 ਦਿੱਤੀਆਂ ਸੀ। ਜਲਦੀ ਜਲਦੀ ਚ ਮੈਂ 6-7 ਹੀ ਨੋਟ ਕੀਤੇ, ਮੈਂ ਵਰਕੇ ਬਥੇਰੇ ਫੋਲੇ ਉਸ ਵੇਲੇ ਦੇ ਜੋ ਡਿਗਰੀਆਂ ਦਿੰਦੇ ਰਹੇ ਸੀ ਸਾਨੂੰ। ਦੇਖੋ ਅੱਤਵਾਦੀ, ਵੱਖਵਾਦੀ, ਨਕਸਲਵਾਦੀ, ਖਾਲਿਸਤਾਨੀ, ਗੁੰਡੇ, ਸੱਤਾ ਦੇ ਭੁੱਖੇ, ਇਹ ਡਿਗਰੀਆਂ ਉਹਨਾਂ ਕਿਸਾਨਾਂ ਨੂੰ ਦਿੱਤੀਆਂ ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ ਜੀ। ਸੰਧੂ ਸਾਹਿਬ, ਸਾਨੂੰ 1965 ਤੋਂ ਪਹਿਲਾਂ ਅਮਰੀਕਾ ਦੇ ਚੌਲ ਆਉਂਦੇ ਹੁੰਦੇ ਸੀ, ਫੌਜ ਚ ਖਾਂਦੇ ਰਹੇ ਬੋਇਲਡ ਚੌਲ, 50 ਕਿਲੋ ਦੀ ਬੋਰੀ ਹੁੰਦੀ ਸੀ। ਉਹ ਕਿਸਾਨ ਸਾਲ ਭਰ ਉੱਥੇ ਬੈਠਾ ਰਿਹਾ। ਸਾਡੇ ਦੇਸ਼ ਦੇ ਜਵਾਨਾਂ ਨੇ ਜਾਂ ਇਹਨਾਂ ਨੇ ਬੜੀ ਮਦਦ ਕੀਤੀ। ਹੁਣ ਉਹ ਜਵਾਨਾਂ ਤੇ 75 ਸਾਲ ਦੇ ਅੰਦਰ ਕਦੇ ਤੁਸੀਂ ਸੁਣਿਆ ਸੀ ਵੀ ਐਕਸ ਸਰਵਿਸਮੈਨ ਅੰਦੋਲਨ ਕਰਨ? ਪਹਿਲਾਂ ਚੰਡੀਗੜ੍ਹ ਅੰਦੋਲਨ ਕੀਤਾ, ਫਿਰ ਦਿੱਲੀ 'ਚ ਕੀਤਾ, ਉੱਥੇ ਟੈਂਟ ਪਾੜ ਦਿੱਤੇ, ਮੈਡਲ ਖੋਲੇ, ਔਰ ਸਾਡੇ ਜਵਾਨਾਂ ਨੇ ਮੈਡਲ ਰਾਸ਼ਟਰਪਤੀ ਨੂੰ ਵਾਪਸ ਕੀਤੇ। ਕਦੇ ਸੁਣਿਆ ਸੀ ਤੁਸੀਂ ਇਸ ਤੋਂ ਪਹਿਲਾਂ ਕਾਂਗਰਸ ਦੇ ਟਾਈਮ? ਜੀ ਜੀ। ਔਰ ਹੁਣ ਉੱਥੇ ਜਵਾਨ ਜਿਹੜੇ ਅੱਜ ਨਾ ਐਕਸ ਸਰਵਿਸਮੈਨ 2000 ਬੈਠਾ ਇਸ ਵੇਲੇ, 2000 ਅੱਜ ਵੀ ਇਹ ਹੈ। ਇਹਨਾਂ ਨੇ ਉੱਚ ਅਧਿਕਾਰੀ ਥੱਲੇ ਅਧਿਕਾਰੀ ਦੇ ਵਿੱਚ ਪਾੜਾ ਪਾਤਾ। ਪਰ ਕੈਪਟਨ ਇਕਬਾਲ ਸਿੰਘ ਜਾ ਕੇ ਇਹ ਕੁਛ ਨਾ ਕੁਛ ਭੁਗਤਣਾ ਪਊਗਾ। ਪਰ ਕੈਪਟਨ ਇਕਬਾਲ ਸਿੰਘ ਬੈਠੇ ਆ, ਸਰਕਾਰ ਨੂੰ ਮੰਨ ਲੈਣਾ ਚਾਹੀਦਾ। ਇਹਨੇ ਕੁਛ ਨਹੀਂ। ਤੇ ਮੋਦੀ ਸਾਹਿਬ ਨੇ ਕੀ ਕਿਹਾ ਸੀ ਜਦੋਂ ਇੱਥੇ ਪਹਿਲੀ ਦਫਾ ਆਏ? ਉਹ ਵੀ ਤਾਂ ਭੰਡੀ ਪ੍ਰਚਾਰ ਕਰਕੇ ਗਏ ਸੀ ਨਾ ਦੇਸ਼ ਦੀ। ਪਰ ਇਹ ਦੱਸੋ, ਦੂਜੀ ਵਾਰ ਕਿਹਾ ਸੀ ਨਾ ਉਹਨਾਂ, ਅਬ ਕੀ ਬਾਰ ਟਰੰਪ ਸਰਕਾਰ, ਜੋ ਕੁਝ ਸਰੋਤੇ ਕਹਿ ਰਹੇ ਠੀਕ ਹੀ ਕਹਿ ਰਹੇ ਆ। ਕੈਪਟਨ ਇਕਬਾਲ ਸਿੰਘ ਜੋ ਬਾਹਰਲੇ ਸੂਬੇ 'ਚ ਕਹਿ ਕੇ ਆਈ ਹੈ। ਕੈਪਟਨ ਇਕਬਾਲ ਸਿੰਘ, ਤੁਸੀਂ ਕਿਹਾ ਕਿ ਜੋ ਅੱਜ ਐਕਸ ਸਰਵਿਸਮੈਨ ਸੜਕਾਂ ਤੇ ਉਤਰਿਆ ਵਾ, ਇਹ ਕਾਂਗਰਸ ਵੇਲੇ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ 1 ਰੈਂਕ 1 ਪੈਨਸ਼ਨ, ਇਹ ਕਾਂਗਰਸ ਵਾਲੇ ਟਾਈਮ ਤੋਂ ਹੀ ਇਹ ਮਸਲਾ ਚੱਲ ਰਿਹਾ ਵਾ?
ਉਦੋਂ ਵੀ ਕੋਈ ਫੈਸਲਾ ਇਹਦੇ ਤੁਸੀਂ ਤੇ ਨਹੀਂ ਸੀ ਬਿਲਕੁਲ ਹੋਇਆ। ਠੀਕ ਕਿਹਾ, ਵਨ ਰੈਂਕ ਵਨ ਪੈਨਸ਼ਨ ਕਾਂਗਰਸ ਦੇ ਟਾਈਮ ਹੀ ਸ਼ੁਰੂ ਹੋਈ ਸੀ, ਲੇਕਿਨ ਮਨਮੋਹਨ ਸਿੰਘ ਜਾਂਦੇ ਜਾਂਦੇ ਭੁੱਗੀ ਮਾਰ ਗਏ, ਆਖੇ ਦੇ ਦਿਓ, ਜਾਨੀ ਆਪਦੇ ਸਿਰੋਂ ਬਲਾ ਟਾਲ ਗਏ। ਲੇਕਿਨ ਜਿਹੜਾ ਇਹਨਾਂ ਨੇ ਸਾਡੇ ਨਾਲ ਦੁਰਦਸ਼ਾ ਕੀਤੀ, ਇੱਥੋਂ ਗਏ ਸਾਡੇ ਲੋਕ। ਜਿੱਦਾਂ ਚੰਡੀਗੜ੍ਹ ਮਜਾਰਾ ਹੋਇਆ, ਸਾਡੇ ਤੇ BS ਬੁਲਾਤੀ। ਤੁਸੀਂ ਇਹ ਦੱਸੋ, ਮੋਰਚਿਆਂ ਦੇ ਵਿੱਚ ਪਹਿਰਾ ਦੇਣ ਵਾਲੇ ਬੰਦੇ, ਉਹਨਾਂ ਕੋਲੇ ਜਿਹੜੇ ਵਿਚਾਰਿਆਂ ਕੋਲੇ ਡਾਂਗ ਵੀ ਨਹੀਂ ਸੀ, BSF CRP ਲਾਤੀ। ਉਹ ਆਇਆ ਸੀ ਪਾਰਕਰ ਜਿਹੜਾ ਨਾ ਡਿਫੈਂਸ ਮਿਨਿਸਟਰ ਸੀ ਉਸ ਵੇਲੇ। ਪਾਰਕਰ ਉਹ ਵਿਅਕਤੀ ਹੈ ਜਦੋਂ ਗੋਆ ਦੇ ਵਿੱਚ ਮੁੱਖ ਮੰਤਰੀ ਰਿਹਾ, ਔਰ ਉਹਦੇ ਰਹਿੰਦਿਆਂ ਇੱਕ ਬਹੁਤ ਵੱਡਾ ਆਇਰਨ ਘੁਟਾਲਾ ਹੋਇਆ ਸੀ। ਸਾਡੇ ਭਾਰਤ ਨੂੰ ਬਹੁਤ ਲੋਹਾ ਮਿਲਿਆ ਉੱਥੋਂ। ਮੈਂ ਉਹ ਲੜਾਈ ਲੜਿਆ, ਮੇਰੀ ਪਹਿਲੀ ਲੜਾਈ ਸੀ, ਤੇ ਮੇਰੇ ਤਾਂ ਉਦੋਂ ਦਾੜੀ ਵੀ ਨਹੀਂ ਸੀ ਆਈ। ਠੀਕ ਹੈ ਜੀ। ਇਹ ਪਾਰਕਰ ਦਾ ਉਦੋਂ ਉੱਥੇ ਸਮੁੰਦਰ ਦੇ ਕਿਨਾਰੇ ਹਾਥੀ ਦੇ ਪੈਰ ਬਣਾਉਣਾ ਹੁੰਦਾ ਸੀ, ਇਹਦੀ ਉਮਰ ਸੀ 7 ਸਾਲ। ਸਾਡਾ ਤੇ ਇਹਨਾਂ ਨੇ ਉਹ ਹਾਲ ਕੀਤਾ, ਤੁਸੀਂ ਪੁੱਛੋ ਨਾ। ਯਾਦ ਰੱਖੋ, ਮੇਰੀ ਉਮਰ ਤਾਂ ਹੋ ਗਈ 82 ਸਾਲ ਜੀ। ਇਹ ਆਉਣ ਵਾਲੇ ਆਸ ਵਿੱਚ ਉੱਚ ਅਧਿਕਾਰੀਆਂ ਦੇ ਥੱਲੇ ਵਾਲੇ ਚ ਪਾੜਾ ਪਾਈ ਜਾਂਦੇ, ਜੋ ਕੁਝ ਆਸ ਦੇ ਤੇ ਆ ਰਿਹਾ ਨਾ, ਉਹ ਸੁਣਯੋਗ ਨਹੀਂ ਹੁੰਦਾ। ਮਿਹਰਬਾਨੀ, ਥੈਂਕ ਯੂ ਕੈਪਟਨ ਇਕਬਾਲ ਸਿੰਘ। ਮੀਨਵਾਈਲ ਮਿਸਕੀ ਗੁਪਤਾ ਨੇ ਕਿਹਾ ਵਾ ਕਿ ਭਾਵੇਂ 1975 ਦੀ ਗੱਲ ਕਰੀਏ ਜਾਂ 77 ਦੀ ਜਾਂ ਹੁਣ ਦੀ, ਲੋਕਤੰਤਰ ਤਾਂ ਲੋਕਤੰਤਰ ਹੀ ਹੁੰਦਾ, ਕਦੋਂ ਵੀ ਹੋਵੇ। KPT ਮੁਲਤਾਨੀ ਕਹਿ ਰਹੇ ਨੇ, ਜੇ ਅਡਾਨੀ ਖਿਲਾਫ ਸੱਚੀ ਰਿਪੋਰਟ ਆਈ ਤਾਂ ਉਹ ਅਸੀਂ ਕਹਿੰਦੇ ਸੀ ਕਿ ਇਹ ਭਾਰਤ ਉੱਤੇ ਹਮਲਾ ਹੈ। ਮੀਨਵਾਈਲ ਹਰਦੀਪ ਸਿੰਘ ਸੋਢੀ ਦਾ ਵੀ ਕਮੈਂਟ ਆਇਆ ਕਿ ਫੋੜਾ ਗਿੱਟੇ ਤੇ ਹੋਵੇ ਜਾਂ ਚੀਰਾ ਮੋਢੇ ਤੇ ਦਿੱਤਾ ਜਾ ਸਕਦਾ ਹੈ। ਕਿ ਜੇ ਫੋੜਾ ਗਿੱਟੇ ਤੇ ਹੋਵੇ ਤੇ ਚੀਰਾ ਮੋਢੇ ਤੇ ਦਿੱਤਾ ਜਾ ਸਕਦਾ। ਹਾਲਾਤ 2014 ਦੇ ਵਿਗੜੇ ਹਨ ਤੇ ਤੁਸੀਂ 1977 ਦੀਆਂ ਮਰੀਆਂ ਦੀਆਂ ਕਬਰਾਂ ਪੁੱਟ ਰਹੇ ਹੋ। ਹਰਦੀਪ ਸਿੰਘ ਸੋਢੀ ਨੇ ਮਿਸਕੀ ਗੁਪਤਾ ਦਾ ਜਵਾਬ ਦਿੱਤਾ। ਮੇਰੇ ਖਿਆਲ ਆਪਾਂ ਆਪਸ ਦੇ ਵਿੱਚ ਬਹਿਸਣ ਦੀ ਬਜਾਏ ਅੱਜ ਵਾਲੇ ਮਸਲੇ ਤੇ ਆਈਏ ਕਿ ਆ ਜਿਹੜਾ ਇਸ ਵੇਲੇ ਮੁਲਕ ਦੇ ਵਿੱਚ ਲੋਕਤੰਤਰ ਦੀ ਕੀ ਪੋਜੀਸ਼ਨ ਹੈ। ਕਿ ਵਾਕਈ ਨਿਆਂਪਾਲਿਕਾ, ਸੰਸਦ ਜਾਂ ਚੋਣ ਕਮਿਸ਼ਨ, ਇਹ ਜਿਹੜੇ ਸੰਸਥਾਵਾਂ ਜਾਂ ਪ੍ਰੈਸ, ਉਹਨਾਂ ਨੂੰ ਇਸ ਵੇਲੇ ਕੰਟਰੋਲ ਕਰਨ ਦੀ ਕੋਸ਼ਿਸ਼ ਹੈ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ ਹਾਂਜੀ ਭਾਈ ਸਾਹਿਬ। कृष्ण गुप्ता। हाँ जी कृष्ण गुप्ता जी। सर मेरा क्वेश्चन ये है, जब साउथ अफ्रीका में जुम्मा गुप्ता बदल के जेल हो सकती है, तो मोदी और अडानी क्यों नहीं हो सकती? साउथ अफ्रीका में जुम्मा गुप्ता ब्रदर तीन ब्रदर थानापुर के थे, वो तो उनके तीनों की जेल होगी, चारों को। ओके। इंडिया क्यों नहीं है? ओके ओके। Why not India? श्योर। मेहरबानी कृष्ण गुप्ता जी। हाँ कर लो पूरी। Same to implement in India also. तो अफ्रीका कर सकता है, अभी इंडिया बड़ा कंट्री है, they should do it. ਮਿਹਰਬਾਨੀ कृष्ण गुप्ता जी ने ਸਾਊਥ ਅਫਰੀਕਾ ਦੀ ਗੱਲ ਕੀਤੀ ਹੈ, ਜੋ ਉੱਥੇ ਕੀਤਾ ਗਿਆ ਉਹ ਇੱਥੇ ਕਿਉਂ ਨਹੀਂ ਹੋ ਸਕਿਆ। ਕੋਈ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਸਾਂਝੀ ਕੀਤੀ ਹੈ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪ ਸ਼ੇਰਗਿਲ ਸਾਹਿਬ ਹੋ ਰਹੇ? ਹਾਂਜੀ ਸ਼ੇਰਗਿਲ ਸਾਹਿਬ ਜੀ। ਸੰਧੂ ਸਾਹਿਬ, ਇੰਡੀਆ ਦੇ ਵਿੱਚ ਲੋਕਤੰਤਰ ਤਾਂ ਰਿਹਾ ਹੀ ਨਹੀਂ, ਤਾਂ ਹੀ ਤਾਂ ਜਾ ਕੇ ਬਾਹਰਲੇ ਪਲੇਟਫਾਰਮ ਤੋਂ ਗੱਲ ਕਰਨੀ ਪੈਂਦੀ ਹੈ। ਇੱਥੇ ਜਿਹੜਾ ਮੀਡੀਆ, ਉਹਨੂੰ ਮੌਜੂਦਾ ਸਰਕਾਰ ਜਿਹੜੀ ਉਹ ਕੈਪਚਰ ਕਰ ਚੁੱਕੀ ਹੈ। ਕੀ ਗੱਲ ਕਰਦਾ ਤਾਂ ਉਹਦੇ ਕਹਿੰਦੇ ਦੇਸ਼ ਧਰੋਂਜਾ ਪਰਚਾ। ਠੀਕ ਹੈ ਜੀ। ਜੇ ਕੋਈ ਸਰਕਾਰ ਨੂੰ ਸਵਾਲ ਕਰਦਾ, ਕਹਿੰਦੇ ਚੱਕ ਕੇ ਅੰਦਰ ਦੇ ਦਿਓ, ਇਹ ਦੇਸ਼ ਤੋੜਨ ਦੀ ਗੱਲ ਕਰ ਰਿਹਾ। ਪਰ ਸ਼ੇਰਗਿਲ ਸਾਹਿਬ ਇਹੋ ਜਿਹੀ ਗੱਲ ਨਹੀਂ। ਦੇਖੋ, ਆਪਣੇ ਜਿਹੜੀਆਂ ਲੋਕਤੰਤਰਿਕ ਸੰਸਥਾਵਾਂ ਵਾ, ਉਹਨਾਂ ਦੀ ਜਿਹੋ ਜਿਹੀਆਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ, ਉਸ ਤਰ੍ਹਾਂ ਨਹੀਂ ਕੰਮ ਕਰ ਰਹੀਆਂ। ਪਰ ਫਿਰ ਵੀ ਹੁਣ ਜਿਵੇਂ ਕੱਲ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਅਸੀਂ ਫੋਟੋ ਦਿਖਾ ਰਹੇ ਹਾਂ। ਮੇਰੇ ਖਿਆਲ ਸਾਰੀਆਂ ਅਖਬਾਰਾਂ 'ਚ, ਸਾਰੇ TV ਦੇ ਉੱਤੇ ਇਹ ਆਈ ਹੈ ਪ੍ਰੈਸ ਕਾਨਫਰੰਸ। ਇਹੋ ਜਿਹੀ ਗੱਲ ਨਹੀਂ ਵੀ ਜੋ ਤੁਸੀਂ ਇੱਥੇ ਕਹਿੰਦੇ ਜੇ ਉਹ ਮੀਡੀਆ ਇੱਥੋਂ ਦਾ ਦਿਖਾਉਂਦਾ ਹੀ ਨਹੀਂ। ਬਿਲਕੁਲ ਉਹਨੂੰ ਸਹੀ ਦ੍ਰਿਸ਼ਟੀਕੋਣ ਸ਼ਾਇਦ ਨਹੀਂ ਦਿਖਾਉਂਦਾ, ਉਹ ਵੱਖਰੀ ਗੱਲ ਹੈ, ਪਰ ਦਿਖਾਉਂਦਾ ਜ਼ਰੂਰ ਹੈ ਜੀ। ਸਰ ਕੁਝ ਮੀਡੀਆ ਦੀ ਗੱਲ ਕਰਦਾ ਮੈਂ। ਇਹ ਲੋਕ ਸੱਚ ਕੱਢ ਕੇ ਲਿਆਉਂਦੇ ਨੇ, ਉਹ ਮਿੱਟੀ ਪਾਉਣ ਦੇ ਲੱਗੇ ਨੇ। ਓਕੇ ਠੀਕ ਹੈ ਜੀ। ਇੱਥੇ BJP ਦੇ ਲੀਡਰਾਂ ਨੂੰ ਪੂਰੀ ਆਜ਼ਾਦੀ ਹੈ, ਜੋ ਮਰਜ਼ੀ ਕਰਨ, ਜੋ ਮਰਜ਼ੀ ਨਾ ਕਰਨ। ਜੇ ਕੋਈ ਦੂਸਰਾ ਉੱਠ ਕੇ ਕੋਈ ਸੱਚ ਦੀ ਆਵਾਜ਼ ਸੁਣਦਾ ਤਾਂ ਉਹਦੇ ਖਿਲਾਫ ਮੁਕੱਦਮੇ ਦੱਸਦੇ ਨੇ। ਇੱਥੇ ਸਪੇਟਾ ਨੂੰ ਵੀ ਪਾਕਿਸਤਾਨ ਇੰਡੀਆ ਵਾਲਾ ਸੱਦ ਦਿੱਤਾ ਜਾਂਦਾ, ਕਿੰਨੀਆਂ ਲੜਾਇਆ ਜਾ ਰਿਹਾ, ਲੜਾ ਕੇ ਆਪਣਾ ਉਹਨੂੰ ਸਿੱਧਾ ਕੀਤਾ ਜਾ ਰਿਹਾ। ਲੋਕਾਂ ਦੀਆਂ ਲਾਸ਼ਾਂ ਦੇ ਨਾਲ ਕੀਤੀ ਹੋ ਰਹੀ ਹੈ। ਯੂਥ ਕਲਾਕਾਰਾਂ ਨੂੰ ਮਾਰ ਕੇ ਤੇ ਦੂਜੇ ਕਲਾਕਾਰਾਂ ਨੂੰ ਡਰਾਇਆ ਜਾ ਰਿਹਾ। ਇਹ ਹਲੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ। ਇੱਕ ਪ੍ਰੋਮੀਨੈਂਟ ਕਲਾਕਾਰ ਪੰਜਾਬ ਦਾ ਮਾਰ ਕੇ ਤੇ ਦੂਜੇ ਕਲਾਕਾਰਾਂ ਨੂੰ ਡਰਾਇਆ ਜਾ ਰਿਹਾ। ਲੋਕਾਂ ਦੀ ਰੋਜੀ ਰੋਟੀ ਬੰਦ ਕੀਤੀ ਜਾ ਰਹੀ ਹੈ।
ਲੋਕ ਜੇ ਕਰਕੇ ਖਾਂਦੇ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਨੰਬਰਾਂ ਤੋਂ, ਜਰਮਨ ਦੇ ਨੰਬਰਾਂ ਤੋਂ ਧਮਕੀਆਂ ਹੋਣੀਆਂ, ਰੋਟੀਆਂ ਮੰਗੀਆਂ ਜਾ ਰਹੀਆਂ। ਤਾਂ ਗੱਲ ਇਹ 1 ਸਾਲ ਦੇ ਵਿੱਚ ਹੀ ਹੋ ਗਿਆ ਸਾਰਾ ਕੁਝ ਹੀ। ਸਾਰੇ ਗੈਂਗਸਟਰ ਪੰਜਾਬ 'ਚ ਵੜ ਕੇ ਆ ਗਏ। ਇਹ ਸਾਰਾ ਇੰਡੀਆ ਗਵਰਨਮੈਂਟ ਬੇੜਾ ਗਰਕ ਕਰ ਰਹੀ ਹੈ ਦੇਸ਼ ਦਾ। ਥੈਂਕ ਯੂ ਸਰ। ਮਿਹਰਬਾਨੀ, ਥੈਂਕ ਯੂ। ਸ਼ੇਰਗਿਲ ਸਾਹਿਬ ਮੋਹਾਲੀ ਤੋਂ ਸਾਡੇ ਨਾਲ ਜੁੜੇ ਸਨ। ਉਹਨਾਂ ਨੂੰ ਲੱਗਦਾ ਵਾ ਕਿ ਜੋ ਇਸ ਵੇਲੇ ਹੋ ਰਿਹਾ ਵਾ ਦੇਸ਼ ਦਾ ਬੇੜਾ ਗਰਕ ਹੋ ਰਿਹਾ ਵਾ। ਇਨਫੈਕਟ ਅੱਜ ਵਾਲੇ ਮਸਲੇ ਤੇ ਕਿ ਜੋ ਰਾਹੁਲ ਗਾਂਧੀ ਨੇ ਇੰਗਲੈਂਡ ਜਾ ਕੇ ਕਿਹਾ ਕਿ ਉਹ ਸਹੀ ਸੀ, ਉਹਨਾਂ ਨੂੰ ਆਪਣੇ ਮੁਲਕ ਦੀ ਲੋਕਤੰਤਰ ਬਾਰੇ ਟਿੱਪਣੀ ਬਾਹਰਲੇ ਮੁਲਕਾਂ ਜਾ ਕੇ ਕਰਨੀ ਵਾਜਬ ਸੀ ਉਹਨਾਂ ਵੱਲੋਂ। ਔਰ ਫਿਰ ਜੋ ਉਸ ਤੋਂ ਬਾਅਦ ਜੋ ਹੰਗਾਮਾ ਹੋ ਰਿਹਾ ਕਿ ਉਹ ਹੰਗਾਮਾ ਸਹੀ ਆ ਸੰਸਦ ਦੇ ਵਿੱਚ। ਕੀ ਇੱਕ ਗੱਲ ਹੋਰ ਵੀ ਨੋਟਿਸ ਹੋਈ ਆ ਕਿ ਕਈ ਗੱਲਾਂ ਜੋ ਰਾਹੁਲ ਗਾਂਧੀ ਨੇ ਕਹੀਆਂ ਹੀ ਨਹੀਂ, ਉਹਨਾਂ ਦੇ ਸਿਰ ਦੇ ਉੱਤੇ ਮੜੀਆਂ ਜਾ ਰਹੀਆਂ। ਫੋਰ ਐਗਜ਼ਾਮਪਲ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਵਾ ਕਿ ਉਹਨਾਂ ਨੇ ਬਾਹਰਲੀਆਂ ਤਾਕਤਾਂ ਨੂੰ ਨਿਯੋਤਾ ਦਿੱਤਾ ਕਿ ਆ ਕੇ ਤੁਸੀਂ ਲੋਕਤੰਤਰ ਇੰਡੀਆ ਦੇ ਵਿੱਚ ਬਹਾਲ ਕਰੋ, ਇੰਡੀਆ ਜਾ ਕੇ ਦਖਲ ਦਿਓ। ਇਹੋ ਜਿਹੀ ਗੱਲ ਮੈਂ ਤਾਂ ਸੁਣੀ ਨਹੀਂ, ਔਰ ਮੇਰਾ ਨਹੀਂ ਖਿਆਲ ਕਿਸੇ ਮੀਡੀਆ ਦੇ ਵਿੱਚ ਵੀ ਇਹੋ ਜਿਹੀ ਗੱਲ ਰਿਪੋਰਟ ਹੋਈ ਆ। ਉਹਨਾਂ ਨੇ ਕੋਈ ਇੰਡੀਆ ਨੂੰ ਬੇਇੱਜ਼ਤ ਕੀਤਾ, ਕੋਈ ਇਹੋ ਜਿਹੀ ਗੱਲ ਵੀ ਨਹੀਂ। ਉਹਨਾਂ ਨੇ ਮੇਰਾ ਖਿਆਲ ਜੋ ਮੈਂ ਸੁਣਿਆ ਸੀ, ਉਹਨਾਂ ਨੇ ਇਹੋ ਹੀ ਕਿਹਾ ਕਿ ਇੰਡੀਆ ਨੂੰ ਪ੍ਰੋਬਲਮ ਹੈਗੀਆਂ, ਇੱਥੇ ਸੰਸਥਾਵਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਲੋਕਤੰਤਰ ਜਿਹੜਾ ਵਾ ਇੱਥੇ ਉਹ ਖਤਰੇ 'ਚ ਆ, ਲੇਕਿਨ ਇਹਦਾ ਹੱਲ ਸਾਨੂੰ ਅੰਦਰੋਂ ਹੀ ਲੱਭਣਾ ਪਊਗਾ। ਮੇਰੇ ਖਿਆਲ ਇਹੋ ਜਿਹੀ ਗੱਲ ਵੀ ਉਹਨਾਂ ਨੇ ਜ਼ਰੂਰ ਕਹੀ ਸੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਰਾਹੁਲ ਗਾਂਧੀ ਦੀ ਟਿੱਪਣੀ ਬਾਰੇ ਜਾਂ ਜਿਹੜਾ ਜੋ ਸੰਸਦ 'ਚ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਰਾਜ ਬੋਲ ਰਿਹਾ ਜੀ। ਹਾਂਜੀ ਰਾਜ ਜੀ। ਰਾਜ ਜੀ, ਹਾਂਜੀ, ਦੇਖੋ ਜੀ, ਜਿਹੜਾ ਜੋ ਕੁਝ ਹੋ ਰਿਹਾ ਹੈ ਰਾਹੁਲ ਗਾਂਧੀ ਦੇ, ਦੇਖੋ ਭਾਰਤ ਜੋੜੋ ਇਹਨੇ ਚਲਾਇਆ ਸੀ, ਕਿਸੇ ਚੈਨਲ ਨੇ ਇਹਨੂੰ ਕਵਰ ਨਹੀਂ ਕੀਤਾ। ਬਹੁਤ ਰੇਅਰ ਥੋੜਾ ਕਵਰੇਜ ਮਿਲੀ ਉਹਨੂੰ। ਸੰਸਦ ਦੇ ਵਿੱਚ ਕੋਈ ਮਸਲਾ ਹੁੰਦਾ ਹੈ, ਇਹਨਾਂ ਨੂੰ ਬੋਲਣ ਨਹੀਂ ਦਿੰਦੇ। ਹੋਰ ਮਤਲਬ ਕਿ ਇਹਨਾਂ ਦੀ ਟੋਟਲ ਸਮਝ ਲਓ ਕਿ ਕੋਈ ਸੁਣਵਾਈ ਗੱਲਬਾਤ ਜਨਤਾ ਤੱਕ ਪਹੁੰਚਣ ਨਹੀਂ ਦਿੰਦੇ। ਅਗਰ ਇੰਗਲੈਂਡ ਦੇ ਵਿੱਚ ਉਹਨੇ ਕੁਝ ਕਿਹਾ, ਉਸ ਤੋਂ ਬਾਅਦ ਪਹਿਲਾਂ ਜਿਹੜੇ 2014 ਤੋਂ ਪਹਿਲਾਂ ਮੋਦੀ ਸਾਹਿਬ ਜੀ ਨੇ ਵੀ ਕੈਨੇਡਾ ਜਾ ਕੇ, ਅਮਰੀਕਾ ਜਾ ਕੇ ਕਾਫੀ ਬਹੁਤ ਗੱਲਾਂ ਕੀਆਂ ਜੀ ਕਾਂਗਰਸ ਦੇ ਬਾਰੇ। ਮੈਂ ਹਾਲਾਂਕਿ ਕਾਂਗਰਸ ਤੇ ਇੰਨੀ ਮੈਂ ਹਮਾਇਤ ਹੀ ਨਹੀਂ ਹੈਗਾ, ਮੈਂ ਜਨਰਲ ਗੱਲ ਕਰ ਰਿਹਾ। ਮੈਂ ਇਹਨਾਂ ਨੇ ਤਾਂ ਹੱਦ ਹੀ ਲਾ ਦਿੱਤੀ ਹੈ, ਬੀਜੇਪੀ ਵਾਲੇ ਨੇ। ਤਾਨਾਸ਼ਾਹੀ ਵਾਲਾ ਰੂਲ ਸ਼ੁਰੂ ਹੋ ਗਿਆ ਹੈ। ਅਗਰ ਜੇ ਇਹਨੂੰ ਚਾਹੀਦਾ, ਹੁਣ ਰਾਹੁਲ ਗਾਂਧੀ ਸਾਹਿਬ ਨੂੰ ਚਾਹੀਦਾ ਹੈ ਕਿ ਸਾਰੀਆਂ ਪਾਰਟੀਆਂ ਨੂੰ ਇਕੱਠੇ ਬਿਠਾ ਕੇ ਓਪੋਜੀਸ਼ਨ ਵਾਲਿਆਂ ਨੂੰ ਮੀਟਿੰਗ ਕਰਨ ਔਰ ਇੱਕ ਫੈਸਲਾ ਕਰਨ, ਜਿਹੜੀ ਪਾਰਟੀ ਦੇ ਮੈਜੋਰਿਟੀ ਬੰਦੇ ਜਿੱਤਣਗੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਹੋਏਗਾ। ਇਹਨਾਂ ਥੋੜਾ ਹੰਕਾਰ ਛੱਡਣਾ ਪਏਗਾ ਕਿ ਹੁਣ ਜੇ ਅਗਰ ਇਹ ਮੌਕਾ ਨਾ ਦੇਖਿਆ ਤੇ ਅੱਗੋਂ ਤੋਂ ਫਿਰ ਜਿਹੜਾ ਹਾਲ ਹੋਏਗਾ ਉਹਦੇ ਬਾਰੇ ਤੁਸੀਂ ਸੋਚ ਲਓ। ਜਿਹੜੀ 5% ਜਿਹੜੀ ਤਾਨਾਸ਼ਾਹੀ ਬਚੀ ਹੈਗੀ ਹੈ, ਉਹ ਵੀ 100% ਤੁਸੀਂ ਆਪਣੀ ਚੈਨਲ ਤੇ ਬੈਠ ਕੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰ ਪਾਓਗੇ। ਟੋਟਲੀ 100% ਪਿੱਛੇ ਗਨ ਲੈ ਕੇ ਖੜੇ ਹੋਣਗੇ, ਬੈਨ ਹੋਏਗਾ ਟੋਟਲੀ। ਮੈਂ ਤੁਹਾਨੂੰ ਗਰੰਟੀ ਕਹਿ ਦੇਣਾ, ਲੋਕਾਂ ਨੂੰ ਉੱਥੇ ਇੰਡੀਆ ਦੇ ਵੱਲੋਂ ਸੋਚਣਾ ਚਾਹੀਦਾ। ਜੋ ਇੱਥੇ ਟਰੰਪ ਦੇ ਨਾਲ ਤਾਨਾਸ਼ਾਹੀ ਵਾਲਾ ਪਹਿਲਾਂ ਚੱਲਿਆ ਸੀ, ਮੋਦੀ ਵੀ ਬਿਲਕੁਲ ਉਹਦੇ ਫੋਲੋ ਸਟੈਪ ਤੇ ਚੱਲ ਰਹੇ ਆ। ਉਹੀ ਹਾਲ ਇੰਡੀਆ ਵਿੱਚ ਵੀ ਉਹਨੇ ਹੋਣਾ ਅਗਰ ਦੁਬਾਰਾ ਬੀਜੇਪੀ ਆ ਗਈ। ਇਹ ਮੈਂ ਗਰੰਟੀ ਕਹਿਣਾ, ਅੱਜ ਲੋਕਾਂ ਨੂੰ ਸੋਚਣਾ ਪਏਗਾ ਕੰਟਰੀ ਵਾਸਤੇ। ਥੈਂਕ ਯੂ ਜੀ। ਥੈਂਕ ਯੂ। ਰਾਜ ਨੂੰ ਲੱਗਦਾ ਵਾ ਕਿ ਔਰ ਬਾਕੀ ਕਈ ਕਾਲਰਸ ਨੇ ਵੀ ਇਹੋ ਹੀ ਗੱਲ ਕੀਤੀ ਹੈ ਕਿ ਇੱਥੇ ਵਾਕਈ ਲੋਕਤੰਤਰ ਖਤਰੇ 'ਚ ਆ, ਤਾਨਾਸ਼ਾਹੀ ਦਾ ਰਾਜ ਵੱਲ ਅਸੀਂ ਵੱਧ ਰਹੇ ਹਾਂ। ਇਹ ਉਹਨਾਂ ਦਾ ਵਿਚਾਰ ਹੈ ਔਰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ, ਔਰ ਸ਼ਾਇਦ ਰਾਹੁਲ ਗਾਂਧੀ ਨੂੰ ਇਹ ਲੀਡ ਲੈਣੀ ਚਾਹੀਦੀ ਹੈ। ਇਹ ਉਹਨਾਂ ਦਾ ਵਿਚਾਰ ਹੈ। ਮੀਨਵਾਈਲ ਪ੍ਰਵੇਸ਼ ਪ੍ਰਹਾਰ ਨੇ ਕਿਹਾ ਵਾ ਕਿ ਲੋਕਤੰਤਰ ਸਿਰਫ ਇੰਡੀਆ 'ਚ ਹੀ ਨਹੀਂ, ਸਾਰੀ ਦੁਨੀਆ 'ਚ ਖਤਰੇ 'ਚ ਹੈ, ਕੈਨੇਡਾ 'ਚ ਵੀ ਖਤਰੇ 'ਚ ਹੈ। ਇਹ ਨਹੀਂ ਪਤਾ ਪ੍ਰਵੇਸ਼ ਪ੍ਰਹਾਰ ਜੀ ਤੁਹਾਡੇ ਕੈਨੇਡਾ 'ਚ ਕਿਵੇਂ ਖਤਰੇ 'ਚ ਆ। ਹਾਂ, ਇਹ ਠੀਕ ਆ ਕਿ ਸਾਨੂੰ ਵੱਡੇ ਰਿਫਾਰਮਸ ਲਿਆਉਣ ਦੀ ਲੋੜ ਆ, ਬਦਲਾਵ ਲਿਆਉਣ ਦੀ ਲੋੜ ਆ। ਵਾਕਈ ਸਹੀ ਮਾਇਨੇ ਦੇ ਵਿੱਚ ਲੋਕਤੰਤਰ ਲਿਆਉਣਾ ਚਾਹੀਦਾ ਵਾ ਸਾਰੇ ਥਾਵਾਂ 'ਤੇ, ਲੇਕਿਨ ਦੋਵਾਂ ਨੂੰ ਮਿਲਾਉਣਾ ਸ਼ਾਇਦ ਸਹੀ ਨਹੀਂ ਹੋਊਗਾ ਜੋ ਇੱਕ ਮੁਲਕ 'ਚ ਹੋ ਰਿਹਾ ਜਾਂ ਦੂਜੇ ਮੁਲਕ ਦੇ ਵਿੱਚ ਹੋ ਰਿਹਾ। ਲਾਲ ਸਿੰਘ ਲਾਲੀ ਬੁਢਲਾਡਾ ਵੀ ਸਾਡੇ ਨਾਲ ਜੁੜ ਗਏ ਨੇ। ਹਰਦੀਪ ਸਿੰਘ ਸੋਢੀ ਦਾ ਤਾਜ਼ਾ ਕਮੈਂਟ ਵੀ ਤੁਸੀਂ ਦੇਖ ਸਕਦੇ ਜੇ। ਮੈਂ ਉਹ ਸਾਰੇ ਕਮੈਂਟਸ ਹਰਦੀਪ ਸਿੰਘ ਸੋਢੀ ਔਰ ਮਿਸਕੀ ਗੁਪਤਾ ਦੇ ਇਸ ਕਰਕੇ ਨਹੀਂ ਪੜ੍ਹ ਰਿਹਾ ਕਿਉਂਕਿ ਉਹ ਆਪਸ ਦੇ ਵਿੱਚ ਮੈਂ ਵੇਖ ਰਿਹਾ ਮੈਂ ਬਹਿਸ ਰਹੇ ਆ ਔਰ ਆਪਾਂ ਇੱਕ ਜਨਤਕ ਗੱਲ ਕਰੀਏ, ਆਪਾਂ ਆਪਣੇ ਜਿਹੜੇ ਵਿਚਾਰ ਨੇ ਉਹ ਇੱਕ ਪਲੇਟਫਾਰਮ ਨੂੰ ਨਾ ਇਸਤੇਮਾਲ ਕਰੀਏ ਆਪਣੇ ਵਿਚਾਰ ਆਪਸ ਦੇ ਵਿੱਚ ਬਹਿਸਣ ਵਾਸਤੇ। ਇਹ ਮੇਰੀ ਗੁਜ਼ਾਰਿਸ਼ ਹੈ। ਵਿਲ ਟੇਕ ਦੀ ਨੈਕਸਟ ਕਾਲ। ਦੇਖਦੇ ਹਾਂ ਸਾਡੇ ਅਗਲੇ ਕਾਲਰ ਰਾਹੁਲ ਗਾਂਧੀ ਦੇ ਵਿਜ਼ਿਟ ਬਾਰੇ, ਉਹਨਾਂ ਦੀ ਟਿੱਪਣੀਆਂ ਬਾਰੇ ਜਾਂ ਵਿਧਾਨ ਸਭਾ ਸੰਸਦ ਦੇ ਵਿੱਚ ਜੋ ਹੋ ਰਿਹਾ। ਆਪਾਂ ਰੋਜ਼ ਵਿਧਾਨ ਸਭਾ ਦੀ ਇੱਥੋਂ ਦੀ ਗੱਲ ਕਰਦੇ ਨੇ, ਇਸ ਕਰਕੇ ਦੁਬਾਰਾ ਵਿਧਾਨ ਸਭਾ ਮੂੰਹ 'ਚੋਂ ਨਿਕਲ ਜਾਂਦਾ। ਜੋ ਭਾਰਤੀ ਸੰਸਦ 'ਚ ਹੋ ਰਿਹਾ ਇਹਦੇ ਬਾਰੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਜੇ ਰਾਹੁਲ ਗਾਂਧੀ ਹੈ ਨਾ, ਉਹ ਇੱਕ ਲੀਡਰ ਹੈ। ਉਹ ਪ੍ਰੈਸ ਕਾਨਫਰੰਸ ਕਰੇ, ਉਹਨੂੰ ਕੁਝ ਨਹੀਂ ਕਹਿਣਾ, ਉਹਨੂੰ ਨਹੀਂ ਬੰਦ ਕਰਨਾ। ਕੋਈ ਹੋਰ ਬੰਦਾ ਗੱਲ ਕਰੇ, ਉਹਨੂੰ ਜਾ ਕੇ ਅੰਦਰ ਬੰਦ ਕਰ ਦੇਣ। ਤੁਹਾਡੇ ਸਾਹਮਣੇ ਦੇਖੋ, ਸੁਪਰੀਮ ਕੋਰਟ ਦਾ ਜੱਜ ਗਗੋਈ ਸੀ, ਗਗੋਈ ਜੱਜ ਜੀ, ਉਹਨੇ ਕੀ ਫੈਸਲਾ ਦਿੱਤਾ ਤੁਹਾਨੂੰ ਵੀ ਪਤਾ ਹੈ। ਕਹਿੰਦਾ ਵੀ ਉਹ ਖੜੀਆਂ ਨਹੀਂ ਪਾਉਣ ਲੱਗੇ, ਤੇਰੇ ਤੇ ਕੇਸ ਨਹੀਂ, ਤਾਂ ਤੂੰ ਆਹ ਫੈਸਲਾ ਦੇ। ਛੱਟ ਫੈਸਲਾ ਦੇਤਾ। ਇਹ ਜਿਹੜਾ ਬਾਬਰੀ ਮਸਜਿਦ ਆ ਨਾ, ਇੱਥੇ ਤਾਂ ਮੰਦਿਰ ਸੀ,
ਤੇ ਅਗਲੇ ਦਿਨ ਜਾ ਕੇ ਰਾਜ ਸਭਾ ਦਾ ਮੈਂਬਰ ਬਣ ਗਿਆ ਉਹ। ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਣ ਫਿਰ ਤੁਸੀਂ ਕਿੱਥੇ ਭਾਲਦੇ ਆ ਨਿਆਂ? ਮੈਨੂੰ ਇਹ ਦੱਸੋ ਭਲਾ। ਗਗੋਈ ਜੋ ਹੈ ਅਸਾਮੀ ਹੁੰਦੀ ਆ, ਸਾਡੇ ਨਾਲ ਬੜੀ ਅਸਾਮੀ ਰਹੇ ਹੋਏ ਹੈਗੇ ਆ। ਮਿਹਰਬਾਨੀ, ਥੈਂਕ ਯੂ ਕੈਪਟਨ ਸਾਹਿਬ। ਕੈਪਟਨ ਸਾਹਿਬ ਦੁਬਾਰਾ ਆਏ ਔਰ ਵਾਕਈ ਮੁਸ਼ਕਿਲਾਂ ਹੈਗੀਆਂ ਵਾ। ਨਿਆਂਪਾਲਿਕਾ ਦੇ ਉੱਤੇ ਵੀ ਇਸੇ ਕਰਕੇ ਨਿਆਂਪਾਲਿਕਾ ਦੀ ਆਲੋਚਨਾ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਜੱਜਿਸ ਨੇ ਉਹ ਆਫਟਰ ਰਿਟਾਇਰਮੈਂਟ ਅਹੁਦੇ ਜਿਹੜੇ ਨੇ ਸੰਭਾਲ ਰਹੇ ਨੇ। ਕਿਸੇ ਨੂੰ ਗਵਰਨਰ ਲਾਇਆ ਜਾ ਰਿਹਾ ਵਾ, ਕਿਸੇ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਵਾ, ਕਿਸੇ ਨੂੰ ਹੋਰ ਸੰਸਥਾਵਾਂ ਦੇ ਵਿੱਚ ਫਿੱਟ ਕੀਤਾ ਜਾਂਦਾ ਵਾ। ਮੈਂ ਇਹਦੇ ਬਾਰੇ ਕਿ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ ਔਰ ਮੇਰਾ ਆਪਣਾ ਇਹਦੇ ਬਾਰੇ ਵਿਚਾਰ ਆ ਕਿ ਇਹ ਕੂਲਿੰਗ ਆਫ ਪੀਰੀਅਡ ਜਿਹੜਾ ਵਾ ਜ਼ਰੂਰ ਹੋਣਾ ਚਾਹੀਦਾ। 2 ਜਾਂ 3 ਸਾਲ ਰਿਟਾਇਰਮੈਂਟ ਤੋਂ ਬਾਅਦ ਕੋਈ ਇਹੋ ਜਿਹਾ ਅਹੁਦਾ ਮਿਲਣ ਦੇ ਖਿਲਾਫ। ਲੇਕਿਨ ਅਨਫੋਰਚੂਨੇਟਲੀ ਕਿਉਂਕਿ ਕਿਸੇ ਵੀ ਸਰਕਾਰ ਨੂੰ, ਨਾ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਕਿਸੇ ਵੀ ਸਰਕਾਰ ਨੂੰ ਇਹ ਚੀਜ਼ ਸੂਟ ਨਹੀਂ ਕਰਦੀ, ਸੋ ਇੱਦਾਂ ਦਾ ਕਾਨੂੰਨ ਕਿਸੇ ਨੇ ਲੈ ਕੇ ਨਹੀਂ ਆਂਦਾ। ਮੇਰਾ ਆਪਣਾ ਖਿਆਲ ਹੈ ਕਿ ਭਾਵੇਂ ਕੋਈ IAS IPS ਜਾਂ IFS ਜਾਂ ਫੌਜ ਜਾਂ ਨਿਆਂਪਾਲਿਕਾ ਜਾਂ ਕਿਸੇ ਵੀ ਅਹੁਦੇ ਤੋਂ ਰਿਟਾਇਰ ਹੋਵੇ ਤਾਂ ਉਹਨੂੰ 2 ਸਾਲ ਵਾਸਤੇ ਕੋਈ ਅਹੁਦਾ ਨਹੀਂ ਦੇਣਾ ਚਾਹੀਦਾ। ਜੇ ਦਿੰਦੇ ਜੇ ਤਾਂ ਫਿਰ ਇਹੋ ਜਿਹੇ ਸਵਾਲ ਉੱਠਦੇ ਜਿਵੇਂ ਜਸਟਿਸ ਗਗੋਈ ਦੇ ਉੱਪਰ ਉੱਠ ਰਹੇ ਨੇ ਜਦੋਂ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ, ਖਾਸ ਕਰਕੇ ਉਹਨਾਂ ਦੀਆਂ 1-2 ਜੱਜਮੈਂਟਸ ਤੋਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਨੇ ਜੱਜਮੈਂਟਸ ਦਿੱਤੀਆਂ। ਦੇਖਦੇ ਅਗਲੇ ਕਾਲਰ ਅੱਜ ਵਾਲੇ ਮਸਲੇ ਤੇ ਕੀ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਲਾਲ ਸਿੰਘ ਬੋਲਦਾ ਜੀ। ਹਾਂਜੀ ਲਾਲ ਸਿੰਘ ਜੀ, ਤੁਹਾਡਾ ਕੀ ਵਿਚਾਰ ਹੈ ਭਾਰਤੀ ਲੋਕਤੰਤਰ ਬਾਰੇ ਔਰ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਬਾਰੇ ਜਾਂ ਜੋ ਸੰਸਦ 'ਚ ਹੋ ਰਿਹਾ? ਦੇਖੋ ਜੀ, ਡੈਮੋਕ੍ਰੇਸੀ ਦੇ ਵਿੱਚ ਇੱਕ ਤਾਂ ਬੋਲਣ ਦਾ ਹੱਕ ਤਾਂ ਸਭ ਨੂੰ ਹੈਗਾ ਜੀ। ਬਾਕੀ ਜਿਹੜੇ ਲੀਡਰ ਹੁੰਦੇ ਨੇ ਜੀ, ਆਪਾਂ ਨੂੰ ਪਤਾ ਇਹਦਾ ਸਾਰਿਆਂ ਦੇ ਨਾਮਕੇ ਇੱਕ ਥਾਂ ਹੀ ਹੁੰਦੇ ਨੇ ਜੀ। ਇਹ ਆਪਣੇ ਲਈ ਕੁਝ ਹੋਰ ਹੁੰਦੇ ਨੇ, ਆਪਦੇ ਲਈ ਕੁਝ ਹੋਰ ਹੁੰਦੇ ਨੇਗੇ। ਜਿਹੜੀਆਂ ਉਹਨੇ ਕੁਛ ਤਾਂ ਵਾਜਬ ਗੱਲਾਂ ਖਾਈਆਂ ਨੇ ਠੀਕ ਨੇ, ਉਸੇ ਇਹਨਾਂ ਨੂੰ ਜਿਹੜਾ ਆਪਦਾ ਫਾਇਦਾ ਹੁੰਦਾ ਉਹਦੇ ਮੁਤਾਬਕ ਬੋਲਦੇ ਹੁੰਦੇ ਨੇਗੇ। ਜਿਵੇਂ ਹੁਣ ਉਹ ਰਾਹੁਲ ਗਾਂਧੀ ਉੱਥੇ ਬੋਲਿਆ, ਉਹਨੇ ਇਹਨਾਂ ਦੇ ਪੋਤ ਦੇ ਖੋਲੇ ਨੇ ਵੀ ਇਹ ਇਹਨਾਂ ਦੇ ਸਮੱਤ ਨੇਗੇ। ਉਹ ਲੈ ਕੇ ਕੁਛ ਟਿੱਪਣੀਆਂ ਠੀਕ ਨੇ, ਕੁਛ ਠੀਕ ਵੀ ਨਹੀਂ ਹੈਗੀਆਂ। ਬਸ ਕੁੱਲ ਮਿਲਾ ਕੇ ਜੇ ਆਪਦੇ ਹਿੱਤ ਦੇਖ ਕੇ ਗਏ ਨੇ ਉਹਦੇ ਵਿੱਚ ਵੀ 24 ਦਾ ਫਾਇਦਾ ਲੈਣ ਵਾਸਤੇ, ਉਹ ਤਾਂ ਨਹੀਂ ਕਿ ਉਹਦੇ ਵਿੱਚ ਆਹ ਵਾਜਬ ਗੱਲ ਹੈ। ਓਕੇ ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ ਨੇ ਸਾਡੇ ਨਾਲ ਜੁੜ ਕੇ ਆਪਣੀ ਗੱਲ ਸਾਂਝੀ ਕੀਤੀ ਹੈ। ਬਹੁਤ ਅੱਛੇ ਵਿਚਾਰ ਆਏ ਆ। ਹਾਂ, ਅੱਜ ਮੈਂ ਇੱਕ ਚੀਜ਼ ਜ਼ਰੂਰ ਨੋਟਿਸ ਕੀਤੀ ਆ, ਬਹੁਤੇ ਵਿਚਾਰ ਜਿਹੜੇ ਆਏ ਆ ਉਹ ਭਾਜਪਾ ਦੇ ਖਿਲਾਫ ਆਏ ਆ। ਭਾਜਪਾ ਦੀ ਬਹੁਤੇ ਸਾਡੇ ਕਾਲਰਸ ਨੇ ਆਲੋਚਨਾ ਹੀ ਕੀਤੀ ਆ। ਭਾਜਪਾ ਦੀ ਗੱਲ ਕਰਨ ਵਾਲਾ, ਹੱਕ ਦੀ ਗੱਲ ਕਰਨ ਵਾਲਾ ਅੱਜ ਕੋਈ ਕਾਲਰ ਨਹੀਂ ਆਇਆ। ਪਤਾ ਨਹੀਂ ਕੀ ਵਜ੍ਹਾ ਵਾ। ਕਿ ਵਾਕਈ ਲੋਕੀ ਸਹਿਮਤ ਨੇ ਜੋ ਰਾਹੁਲ ਨੇ ਕਿਹਾ? ਸਾਡੇ ਕਾਲਰਸ ਤੋਂ ਤੇ ਇਹੋ ਹੀ ਲੱਗਦਾ ਵਾ। ਹੁਣ ਪਤਾ ਨਹੀਂ ਕਿ ਸ਼ਾਇਦ ਦੂਸਰੇ ਕਾਲਰਸ ਨੇ ਅੱਜ ਕਿਉਂ ਗੁਰੇਜ਼ ਕੀਤਾ ਇਹਦੇ ਤੇ ਟਿੱਪਣੀ ਕਰਨ ਤੋਂ, ਕਿਉਂਕਿ ਜਦੋਂ ਆਪਾਂ ਪੰਜਾਬ ਦੀ ਚਰਚਾ ਕਰਦੇ ਹਾਂ ਤੇ ਪੰਜਾਬ ਦੀ ਸਰਕਾਰ ਦੇ ਹੱਕ 'ਚ ਖਿਲਾਫ ਸਾਰੇ ਤਰ੍ਹਾਂ ਦੇ ਵਿਊਜ਼ ਜ਼ਰੂਰ ਆਉਂਦੇ ਆ। ਲੇਕਿਨ ਕਿਉਂਕਿ ਆਪਣੇ ਕਾਲਰਸ ਪ੍ਰਾਇਮਰੀਲੀ ਪੰਜਾਬੀ ਹੁੰਦੇ ਆ, ਸੋ ਮੈਂ ਦੇਖ ਰਿਹਾ ਵਾਂ ਕਿ ਬਹੁਤ ਲੋਕੀ ਕੋਈ ਵੀ ਕਾਲਰ ਜਿਹੜਾ ਵਾ ਉਹ ਭਾਜਪਾ ਦੇ ਹੱਕ ਦੇ ਵਿੱਚ ਅੱਜ ਨਹੀਂ ਆਇਆ ਇਸ ਪ੍ਰੋਗਰਾਮ ਦੇ ਵਿੱਚ। ਰਾਹੁਲ ਗਾਂਧੀ ਨੇ ਜੋ ਟਿੱਪਣੀਆਂ ਕੀਤੀਆਂ ਆਪਣੇ ਇੰਗਲੈਂਡ ਦੇ ਦੌਰੇ ਤੋਂ, ਉਹਨਾਂ ਨੇ 3-4 ਫੰਕਸ਼ਨ ਉੱਥੇ ਅਟੈਂਡ ਕੀਤੇ। ਇੱਕ ਉੱਥੇ ਭਾਰਤੀ ਜਰਨਲਿਸਟ ਐਸੋਸੀਏਸ਼ਨ ਦਾ ਫੰਕਸ਼ਨ ਸੀ, ਇੱਕ ਕੈਂਬਰਿਜ ਯੂਨੀਵਰਸਿਟੀ ਜਿੱਥੇ ਉਹ ਪੜ੍ਹੇ ਨੇ ਉੱਥੇ ਜਾ ਕੇ ਉਹ ਬੋਲੇ ਨੇ, ਇੱਕ ਸ਼ੈਥਮ ਹਾਊਸ ਦੇ ਵਿੱਚ ਬੋਲੇ ਨੇ, ਬੁੱਧੀਜੀਵੀਆਂ ਨੂੰ, ਪ੍ਰੈਸ ਨੂੰ ਉਹਨਾਂ ਨੇ ਸੰਬੋਧਿਤ ਕੀਤਾ ਔਰ ਉੱਥੇ 5-6 ਗੱਲਾਂ ਉਹਨਾਂ ਨੇ ਕਹੀਆਂ ਵਾ। ਇੱਕ ਤਾਂ ਉਹਨਾਂ ਨੇ ਕਿਹਾ ਵਾ ਕਿ ਭਾਰਤੀ ਲੋਕਤੰਤਰ ਖਤਰੇ 'ਚ ਆ, ਇੱਕ ਲੋਕਤੰਤਰ ਦਾ ਜਿਹੜਾ ਮੁੱਢਲਾ ਢਾਂਚਾ ਵਾ ਉਹਦੇ ਤੇ ਹਮਲੇ ਹੋ ਰਹੇ ਆ। RSS ਜਿਹੜੀ ਆ ਉਹਨੂੰ ਉਹਨਾਂ ਨੇ ਉਹਦੀ ਆਲੋਚਨਾ ਕੀਤੀ ਕਿ ਫਾਸਿਸਟ ਤੇ ਫੰਡਾਮੈਂਟਲਿਸਟ ਸੰਸਥਾ ਵਾ ਔਰ ਪ੍ਰੈਸ, ਨਿਆਂਪਾਲਿਕਾ, ਸੰਸਦ, ਲੋਕ ਚੋਣ ਕਮਿਸ਼ਨ ਵਗੈਰਾ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਸਰਵੇਲੈਂਸ ਰੱਖੀ ਜਾ ਰਹੀ ਹੈ ਵਿਰੋਧੀ ਧਿਰਾਂ ਦੇ ਉੱਤੇ ਔਰ ਜਿਹੜੇ ਭਖਦੇ ਮਸਲੇ ਨੇ, ਭਾਵੇਂ ਉਹ ਨੋਟਬੰਦੀ ਹੋਵੇ ਜਾਂ ਫਿਰ ਕਿਸਾਨੀ ਮਸਲਾ ਹੋਵੇ ਜਾਂ ਬਾਰਡਰਾਂ ਦੇ ਉੱਤੇ ਚੀਨ ਦਾ ਬਾਰਡਰ ਦਾ ਮਸਲਾ ਹੋਵੇ, ਉਹਦੇ ਤੇ ਸੰਸਦ ਦੇ ਵਿੱਚ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਕਾਂਗਰਸ ਦਾ ਕਹਿਣਾ ਵਾ ਕਿ ਰਾਹੁਲ ਗਾਂਧੀ ਜੋ ਬੋਲੇ ਨੇ ਉਹ ਵਿਰੋਧੀਆਂ ਦੀ ਬੋਲੀ ਬੋਲਦੇ ਨੇ। ਚਾਈਨਾ ਜਾਂ ਪਾਕਿਸਤਾਨ ਉਹਨਾਂ ਮੁਲਕਾਂ ਦੀ ਬੋਲੀ ਜਿਹੜੇ ਨੇ ਉਹ ਬੋਲਦੇ ਨੇ ਔਰ ਇਹ ਇੱਕ ਤਰੀਕੇ ਨਾਲ ਉਹਨਾਂ ਨੇ ਬੇਇੱਜ਼ਤ ਕੀਤਾ ਇੰਡੀਆ ਨੂੰ। ਇਹ ਉਹਨਾਂ ਦਾ ਕਹਿਣਾ ਵਾ, ਜਿਹਦੇ ਕਰਕੇ ਸੰਸਦ ਦੇ ਵਿੱਚ ਹੰਗਾਮਾ ਹੋ ਰਿਹਾ। ਸੰਸਦ 'ਚ ਓਬਵੀਅਸਲੀ ਬੜੀ ਵੱਡੀ ਮੈਜੋਰਿਟੀ ਹੈ ਭਾਜਪਾ ਦੀ, ਸੋ ਉੱਥੇ ਰਾਹੁਲ ਗਾਂਧੀ ਦਾ ਕਹਿਣਾ ਵਾ ਕਿ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਜਾ ਰਿਹਾ ਔਰ ਜੇ ਬੋਲਣ ਦਾ ਟਾਈਮ ਦਿੱਤਾ ਜਾਊਗਾ ਤਾਂ ਉੱਥੋਂ ਪਤਾ ਲੱਗੂਗਾ ਕਿ ਵਾਕਈ ਮੁਲਕ ਦੇ ਵਿੱਚ ਕਿੰਨੀ ਕੁ ਜਮਹੂਰੀਅਤ ਕਾਇਮ ਆ। ਮੀਨਵਾਈਲ ਨਿੰਮਾ ਸੋਹਲ ਵੀ ਸਾਡੇ ਨਾਲ ਜੁੜ ਗਏ ਨੇ।
ਉਹ ਕਹਿ ਰਹੇ ਨੇ ਕਿ ਭਾਰਤ ਦਾ ਤੇ ਇੰਡੀਆ ਦਾ ਔਰ ਪੰਜਾਬ ਦਾ ਦੋਵਾਂ ਦਾ ਸਿਸਟਮ ਜਿਹੜਾ ਵਾ ਉਹ ਕਾਫੀ ਮਾੜਾ ਹੋ ਚੁੱਕਾ ਵਾ। ਉਹਨਾਂ ਨੇ ਕੋਈ ਪੁਰਾਣੀ ਕਹਾਵਤ ਵੀ ਕੋਟ ਕੀਤੀ ਹੈ ਜਿਹੜੀ ਤੁਹਾਡੇ ਸਾਹਮਣੇ ਆ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿਸਕੀ ਗੁਪਤਾ ਬੋਲ ਹਾਂਜੀ ਮਿਸਕੀ ਗੁਪਤਾ ਜੀ। ਸੰਧੂ ਸਾਹਿਬ ਮਿਸਕੀ ਗੁਪਤਾ ਜੀ ਮੇਰੀ ਗੱਲ ਸੁਣੋ, ਤੁਸੀਂ ਆਪਸ ਦੇ ਵਿੱਚ ਹਰਦੀਪ ਸਿੰਘ ਸੋਢੀ ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਫੋਨ ਕਰਕੇ ਗੁਫ਼ਤਗੂ ਕਰ ਲਿਆ ਕਰੋ। ਇੱਥੇ ਆਪਸੀ ਗੁਫ਼ਤਗੂ ਕਰਨ ਦੀ ਬਜਾਏ ਫੋਨ ਕਰਕੇ ਆਪਣੀ ਗੱਲ ਸਿੱਧੀ ਕਰ ਦਿਆ ਕਰੋ। ਸੰਧੂ ਸਾਹਿਬ ਉਹ ਵੀ ਕਰਦੇ ਆ ਜੀ। ਹਾਂ ਉਹ ਵੀ ਕਰਦੇ ਆ ਜੀ। ਅੱਛਾ ਓਕੇ ਚਲੋ ਅੱਜ ਵੇਲੇ ਮਸਲੇ ਤੇ ਕੀ ਕਹਿਣਾ ਕਹੋਗੇ, ਸਮਝ ਆ ਰਿਹਾ ਵਾ ਜੀ। ਸੰਧੂ ਸਾਹਿਬ ਇਹ ਲੋਕਤੰਤਰ ਅੱਜ ਖਤਰੇ 'ਚ ਨਹੀਂ ਪਿਆ। ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਨੇ 1971 ਤੋਂ ਬਾਅਦ ਆਪਣੀ ਜੰਗ ਜਿੱਤਣ ਤੋਂ ਬਾਅਦ ਉਹ ਇੰਨੀ ਕੁ ਹੰਕਾਰ ਗਏ ਵੀ ਉਹਨਾਂ ਨੂੰ ਐਮਰਜੈਂਸੀ ਤੱਕ ਬਦਲਣਾ ਪੈ ਗਿਆ। ਪਰ ਉਹਦਾ ਤੇ ਫਿਰ ਉਹਨਾਂ ਨੂੰ ਬਦਲਾ ਮਿਲ ਗਿਆ ਨਾ, ਜਦੋਂ ਉਹਨਾਂ ਨੂੰ ਸਬਕ ਮਿਲ ਗਿਆ। ਬਿਲਕੁਲ ਬਦਲਾ ਮਿਲ ਗਿਆ। ਪਰ ਸਾਡੇ ਭਾਰਤ ਦੇ ਲੋਕ ਇੰਨੇ ਚੇਤਨ ਨਹੀਂ ਸੀ ਵੀ ਉਹ ਐਮਰਜੈਂਸੀ ਦੇ ਖਿਲਾਫ ਰੈਗੂਲਰ ਕਿਸੇ ਨੂੰ ਹੋਰ ਨੂੰ ਜਿਤਾਉਂਦੇ ਤੇ। ਫਿਰ ਉਹਨਾਂ ਨੂੰ ਮੁੜ ਕੇ ਉੱਥੇ ਹੀ ਆ ਗਿਆ। ਫਿਰ ਰਾਜੀਵ ਗਾਂਧੀ ਜੀ ਨੇ ਇਹੀ ਕੀਤਾ, ਮਨਮੋਹਨ ਸਿੰਘ ਜੀ ਨੇ ਤੇ ਨਰਸਿਮਹਾ ਰਾਓ ਨੇ ਇਹੀ ਕੀਤਾ ਜੀ। ਉਹਨਾਂ ਨੇ ਦੇਖੋ ਕਿਵੇਂ ਲੋਕਤੰਤਰ ਦੇ ਜਿਹੜੇ ਪਹਿਰੀ ਸੀ MP ਉਹਨਾਂ ਨੂੰ ਖਰੀਦਿਆ। ਇਹ ਜਿਹੜੇ MP ਖਰੀਦੇ ਗਏ ਇਹ ਲੋਕਤੰਤਰ ਤੇ ਅੱਛੇ ਨਹੀਂ ਮੰਨੇ ਜਾਂਦੇ ਜਾ ਸਕਦੇ ਜੀ। ਸੋ ਸ਼ੁਰੂਆਤ ਉਹਨਾਂ ਨੇ ਕੀਤੀ ਸੀ, ਕਾਂਗਰਸ ਨੇ ਸ਼ੁਰੂਆਤ ਕੀਤੀ, ਤੁਹਾਡਾ ਮਤਲਬ ਆ ਵਾਜਪਾਈ ਨੇ ਇਹ ਬੂਟਾ ਪੱਟਣ ਦੀ ਕੋਸ਼ਿਸ਼ ਕੀਤੀ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਸੀ। ਫਿਰ ਨਰਿੰਦਰ ਮੋਦੀ ਨੇ ਤਾਂ ਆ ਕੇ ਜੀ ਉਹਦੇ ਜੜ੍ਹਾਂ ਹੀ ਡੂੰਘੀਆਂ ਕਰਤੀਆਂ। ਹੁਣ ਇਹ ਦੱਸੋ ਵੀ ਨਵਾਂ ਬੂਟਾ ਕਿਵੇਂ ਲਾਇਆ ਜਾਏ ਮਿਸਕੀ ਗੁਪਤਾ ਜੀ? ਹਾਲੇ ਨਵਾਂ ਬੂਟਾ ਜੀ ਜਦੋਂ ਤੱਕ ਤੁਹਾਡੇ ਵਰਗੇ ਲੋਕ ਰਾਜਨੀਤੀ ਤੋਂ ਜਿਹੜਾ ਅਲਵਿਦਾ ਕਹਿੰਦੇ ਜਾਂਦੇ ਨੇ ਉਹ ਨਹੀਂ ਅਲਵਿਦਾ ਕਹਿਣਗੇ। ਮਿਹਰਬਾਨੀ, ਥੈਂਕ ਯੂ। ਧਰਮਵੀਰ ਗਾਂਧੀ ਵਰਗੇ, ਜਿਹੜੇ ਸੁਖਪਾਲ ਖਹਿਰੇ ਵਰਗੇ ਲੋਕ ਜਿਹੜੇ ਇਹਨੂੰ ਅਲਵਿਦਾ ਕਹਿੰਦੇ ਜਾਂਦੇ ਨੇ ਨਹੀਂ ਜਾਣਗੇ ਜੀ। ਉਹ ਇਹਦੇ ਵਿੱਚ ਰਹਿ ਕੇ, ਜਿਵੇਂ ਕੇਜਰੀਵਾਲ ਜੀ ਕਹਿੰਦੇ ਵੀ ਕੀਚੜ ਨੂੰ ਕੀਚੜ 'ਚ ਰਹਿ ਕੇ ਸਾਫ਼ ਕੀਤਾ ਜਾ ਸਕਦਾ ਹੈ। ਮਿਹਰਬਾਨੀ, ਥੈਂਕ ਯੂ ਮਿਸਕੀ ਗੁਪਤਾ ਜੀ। ਮੈਨੂੰ ਲੱਗਦਾ ਵਾ ਕਿ ਇਹ ਸਭ ਕੁਝ ਇਸ ਕਰਕੇ ਵੀ ਹੋ ਰਿਹਾ ਵਾ ਵੀ ਹੁਣ ਗਾਂ ਚੋਣਾਂ ਜਿਹੜੀਆਂ ਵਾ ਸਿਰ 'ਤੇ ਆ ਰਹੀਆਂ ਵਾ। ਮੇਰੇ ਖਿਆਲ ਕਰਨਾਟਕਾ ਦੀਆਂ ਚੋਣਾਂ, ਅਸੈਂਬਲੀ ਚੋਣਾਂ ਕਿਸੇ ਵੇਲੇ ਵੀ ਅਨਾਊਂਸ ਹੋ ਸਕਦੀਆਂ ਵਾ। ਔਰ ਇਸ ਵੇਲੇ 2023 ਚੱਲ ਰਿਹਾ ਵਾ ਤੇ 24 ਦੇ ਵਿੱਚ ਆਪਣੀਆਂ ਨੈਸ਼ਨਲ ਰਾਸ਼ਟਰੀ ਇਲੈਕਸ਼ਨਸ ਆਉਣੀਆਂ ਵਾ, ਲੋਕ ਸਭਾ ਦੀਆਂ ਇਲੈਕਸ਼ਨਸ ਆਉਣੀਆਂ ਵਾ। ਸੋ ਉਹਦੇ ਵਾਸਤੇ ਇੱਕ ਤਰੀਕੇ ਨਾਲ ਚੋਣ ਪ੍ਰਚਾਰ ਜਿਹੜਾ ਵਾ ਸ਼ੁਰੂ ਹੋ ਗਿਆ। ਇਸੇ ਕਰਕੇ ਹੀ ਇੱਕ ਪਾਰਟੀ ਦੂਜੇ ਪਾਰਟੀ ਦੇ ਉੱਤੇ ਹਮਲਾ ਕਰ ਰਹੀ ਆ। ਵਿਰੋਧੀ ਧਿਰਾਂ ਸਰਕਾਰ ਤੇ ਸੱਤਾ ਧਿਰ ਜਿਹੜੀ ਆ ਉਹ ਵਿਰੋਧੀਆਂ ਤੇ ਹਮਲਾ ਕਰ ਰਹੀ ਆ। ਔਰ ਮੈਨੂੰ ਲੱਗਦਾ ਵਾ ਕਿ ਇਹ ਜਿਹੜੀ ਇੱਕ ਦੂਜੇ ਤੇ ਅਟੈਕ ਨੇ ਇਹ ਹੋਰ ਵਧਣਗੇ ਅਗਲੇ 1 ਸਾਲ ਦੇ ਵਿੱਚ ਚੋਣਾਂ ਕਰਕੇ। ਸੋ ਇਹ ਸਾਰਾ ਚੋਣਾਂ ਦੇ ਨਾਲ ਸੰਬੰਧਿਤ ਆ। ਔਰ ਇਹਦੇ ਵਿੱਚ ਅਨਫੋਰਚੂਨੇਟਲੀ ਆਪਣੇ ਲੋਕਤੰਤਰ ਦਾ ਜਿਹੜਾ ਵਾ ਉਹ ਨੁਕਸਾਨ ਹੋ ਰਿਹਾ ਵਾ। ਲੋਕਤੰਤਰ ਜੇ ਰਹੂਗੀ ਤੇ ਚੋਣਾਂ ਹੋਣਗੀਆਂ। ਇਸ ਕਰਕੇ ਲੋਕਤੰਤਰ ਨੂੰ ਬਚਾਉਣ ਦੀ ਸਖਤ ਲੋੜ ਆ। ਆਪਾਂ ਸਾਰਿਆਂ ਨੂੰ ਉਹਦੇ ਵਾਸਤੇ ਪਾਰਟੀਆਂ ਤੋਂ ਉੱਠ ਕੇ ਕੰਮ ਕਰਨ ਦੀ ਲੋੜ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਤੋਂ ਲੈ ਰਿਹਾ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।